ਧੰਨ ਵਾਹਿਗੁਰੂ ਸਾਹਿਬ ਜੀਓ। ਹਮ मैले तुम उजल करते, हम निर्गुण तू दाता। हम मैले तुम उजल करते, हम निर्गुण तू दाता। हम मूर्ख तुम चतुर सियाने, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, माधो हम ऐसे तू ऐसा, हम पापी तुम पाप खंडन। नीको ठाकुर देसा। सतनाम। धन वाहिगुरू साहिब जियो। पौड़ी वड्डे किया वड्याइयां, किछ कहना कहन ना जाए। सो करता कादर करी, दे जिया रिज़्क संबाहे। साई कार कमावणी, धुर छोड़ी तिन्नै पाए। नानक एकी बाहरी, होर दूजी नाही जाए। सो करे जे तिसै रजाए। नानक एकी बाहरी, होर दूजी नाही जाए। सो करे जे तिसै रजाए। वाहिगुरु जी का खालसा, वाहिगुरु जी की फतेह। आवाज़ कर दें थोड़ी जी प्लीज़। परम सम्मान योग चवर छतर तख्त दे मालिक, जुगो जुग अटल, साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर शोभायमान गुरु सवारे सतसंगी जनों, सतगुरां दी किरपा दा सदका असीं पहले दीवान विच
ਹਜ਼ੂਰ ਦੀ 11ਵੀਂ ਪੌੜੀ ਦੇ ਨਾਲ ਜੋ ਤੀਸਰਾ ਸ਼ਲੋਕ ਦਰਜ ਹੈ, ਮਹੱਲਾ ਪਹਿਲਾ, ਵਦੀ ਸੋਵੱਜਗ ਨਾਨਕਾ, ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ, ਚੰਗੇ ਸਈ ਕੇ। ਇਸ ਤੋਂ ਆਪਾਂ ਇਸ ਅਸਥਾਨ ਦੇ ਦੀਵਾਨ ਦੀ ਆਰੰਭਤਾ ਕੀਤੀ। ਅੱਜ ਆਪਾਂ ਨੇ ਸਤਿਗੁਰੂ ਦੀ ਇਸ ਅੰਮ੍ਰਿਤ ਗੁਰਬਾਣੀ ਦਾ ਆਸਾ ਕੀ ਵਾਰ ਦੀ 24ਵੀਂ ਪੌੜੀ ਜੋ ਹੈ, ਇਸ ਦਾ ਪਾਠ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਤਾ ਹੈ। ਆਓ ਪਿਆਰਿਓ, ਆਪ ਗੁਰਮੁਖੋ ਅਸੀਸ ਬਖਸ਼ੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਕਿਰਪਾ ਕਰਨ, ਆਪ ਵਿੱਚ ਵਰਤ ਕੇ ਸਤਿਗੁਰੂ ਭੈ ਭਾਵਨੀ ਸੰਯੁਗਤ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਆਸਾ ਕੀ ਵਾਰ ਦੀ ਅੰਤਲੀ ਜੋ ਪੌੜੀ ਹੈ, ਇਸ ਵਿੱਚ ਸਭ ਤੋਂ ਪਹਿਲਾਂ ਬਖਸ਼ਿਸ਼ ਕੀਤੀ ਹੈ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਪਾਠ ਅਸੀਂ ਇਸ ਦਾ ਪੌੜੀ ਕੀਤਾ ਹੈ। ਦੇਖੋ, ਇੱਕ ਲਫ਼ਜ਼ ਸਿੱਧਾ ਵਰਤਨੇ ਪੌੜੀ, ਪਰ ਯਾਦ ਰੱਖਿਓ ਇੱਥੇ ਊੜੇ ਨੂੰ ਔਂਕੜ ਨਾਲ ਬੋਲਣੀ ਹੈ, ਪੌੜੀ। ਪੌੜੀ ਤੇ ਪੌੜੀ 'ਚ ਫਰਕ ਹੈ ਨਾ ਜੀ। ਇਹ ਅਕਸਰ ਕਈ ਵਾਰੀ ਜਦੋਂ ਉਹਨੂੰ ਪਾਠ ਸੁਣੀਦਾ ਹੈ ਤੇ ਆਮ ਤੌਰ ਤੇ ਸਿਰਫ ਪੌੜੀ ਨਹੀਂ ਪਿਆਰਿਓ, ਜੇ ਪੌੜੀ ਬੋਲੋਗੇ ਪੱਪੇ ਤੇ ਹੋੜਾ ਕੱਲਾ ਬੋਲਿਆ ਜਾਣਾ। ਜਦੋਂ ਆਪ ਪੂਰਾ ਲਫ਼ਜ਼ ਬੋਲੋਗੇ ਫਿਰ ਪੌੜੀ ਹੈ। ਇਹ ਹਜ਼ੂਰ ਨੇ 24ਵੀਂ ਪੌੜੀ ਹੈ। ਇਸ ਦਾ ਜਿੰਨੀ ਕੁ ਦਾਤੇ ਸੋਝੀ ਦਿੱਤੀ, ਵੱਡੇ ਕੀਆਂ ਵਡਿਆਈਆਂ, ਇੱਥੇ ਭਾਵੇਂ ਪਰਮਾਤਮਾ, ਵਾਹਿਗੁਰੂ, ਪਰਮੇਸ਼ਵਰ, ਰੱਬ, ਅੱਲਾਹ, ਜਿਹੜੇ ਪ੍ਰਭੂ ਦੇ ਨਾਮ ਨੇ ਗੁਰੂ ਗ੍ਰੰਥ ਸਾਹਿਬ 'ਚ, ਉਹਦਾ ਜ਼ਿਕਰ ਨਹੀਂ ਕੀਤਾ। ਸਿੱਧਾ ਸ਼ਬਦ ਵਰਤਿਆ ਵੱਡੇ। ਇਹਦਾ ਸਿੱਧਾ ਅਰਥ ਬਣਦਾ ਹੈ ਅਕਾਲ ਪੁਰਖ ਵਾਹਿਗੁਰੂ। ਇਹ ਵੀ ਯਾਦ ਰੱਖਿਓ, ਹਰ ਥਾਂ ਤੇ ਵੱਡੇ ਦਾ ਅਰਥ ਵਾਹਿਗੁਰੂ ਨਹੀਂ ਬਣੇਗਾ। ਆਪ ਪਾਠ ਕਰਦੇ ਹੋ, ਵੱਡੇ ਵੱਡੇ ਜੋ ਦੀਸੈ ਲੋਗ, ਲਫ਼ਜ਼ ਉੱਥੇ ਹੀ ਵੱਡਾ ਹੈ, ਉੱਥੇ ਵੱਡੇ ਦਾ ਅਰਥ ਅਕਾਲ ਪੁਰਖ ਨੇ। ਹਜ਼ੂਰ ਨੇ ਇੱਥੇ ਵੱਡੇ ਦਾ ਸ਼ਬਦੀ ਅਰਥ ਆਪਾਂ ਕਰਾਂਗੇ ਜਿਹੜਾ ਸਭ ਤੋਂ ਵੱਡਾ ਹੈ, ਉੱਚਾ ਹੈ। ਵੱਡੇ ਕੀਆਂ, ਕੀਆਂ ਦਾ ਲਫ਼ਜ਼ੀ ਅਰਥ ਕਰਾਂਗੇ ਦੀਆਂ। ਵਡਿਆਈਆਂ, ਇਹਦਾ ਅਰਥ ਇਉਂ ਕਰ ਲਈਏ ਖੂਬੀਆਂ, ਹੋਰ ਸੌਖਾ ਰਹੇਗਾ ਕਿਉਂਕਿ ਸਾਨੂੰ ਲਫ਼ਜ਼ ਲੱਭਣੇ ਪੈਣਗੇ। ਉਂਝ ਵੈਸੇ ਸਿੱਧਾ ਹੀ ਸ਼ਬਦ ਹੈ ਜੀ, ਖੂਬੀ ਕਹਿ ਲਓ। ਇੱਕ ਲਫ਼ਜ਼ ਹੋਰ ਵਰਤ ਲਓ, ਸਿਬਤ ਸਲਾਹ, ਉਹਦੀ ਸਿਬਤ, ਇਹ ਵੀ ਲਫ਼ਜ਼ ਟੁਕੇਗਾ ਜੀ। ਵਡਿਆਈ ਤੇ ਸਿਬਤ ਲਫ਼ਜ਼ ਇੱਕੋ ਹੀ ਹੈ। ਵੱਡੇ ਕੀਆਂ ਵਡਿਆਈਆਂ, ਵੱਡੇ ਪਰਮਾਤਮਾ ਦੀਆਂ ਜਿਹੜੀਆਂ ਵਡਿਆਈਆਂ ਨੇ, ਸਿਬਤਾਂ ਨੇ, ਤੇ ਮਹਾਰਾਜ ਅੱਗੇ ਸ਼ਬਦ ਵਰਤਿਆ ਕਿਛ। ਯਾਦ ਰੱਖੋ,
ਇੱਥੇ ਮਹਾਰਾਜ ਜੀ ਨੇ ਕਿਛ ਸ਼ਬਦ ਵਰਤਿਆ, ਛੱਛੇ ਨਾਲ ਹੈ। ਕਿਛ ਕਹਿਣਾ, ਮੈਂ ਪਾਠ ਕਰ ਰਿਹਾ, ਕਹਿਣਾ, ਕਿਉਂਕਿ ਖਾਹੇ ਨੂੰ ਸਿਹਾਰੀ ਨਹੀਂ ਲੱਗੀ। ਕੱਕਾ ਹਾਹਾ ਨਾਣੇ ਨੂੰ ਕੰਨਾ ਹੈ, ਇਹਨੂੰ ਨੰਨਾ ਵੀ ਨਹੀਂ ਬੋਲਣਾ, ਇਹਨੂੰ ਨਾਣਾ ਹੀ ਬੋਲਣਾ ਹੈ, ਕਹਿਣਾ ਨਹੀਂ ਬੋਲਣਾ, ਨੰਨੇ ਨਾਲ ਨਹੀਂ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ। ਹੁਣ ਯਾਦ ਰੱਖੋ, ਇੱਥੇ ਅੱਗੇ ਵੀ ਖਾਹੇ ਨੂੰ ਸਿਹਾਰੀ ਨਹੀਂ ਲੱਗੀ, ਕਹਿਣ ਨਹੀਂ, ਕਾਹਣ। ਫਿਰ ਅਰਜ਼ ਹੈ, ਇਹ ਸਤਿਗੁਰੂ ਦੀ ਆਪਣੀ ਖੇਡ ਤੇ ਇਹ ਮਾਲਕ ਨੇ ਨਾ ਜੀ ਆਪ ਹੀ ਤਰਸ ਕੀਤਾ। ਮੈਂ ਤਾਂ ਇੰਜ ਕਹਿਣਾ ਕਿ ਇਹ ਆਪੇ ਹੀ ਪਾਠਾਂ ਵਿੱਚ ਇੰਨੀ ਡੂੰਘਾਈ ਰੱਖ ਦਿੱਤੀ ਕਿ ਪਾਠ ਕਰਨ ਵਾਲਾ ਸਿੱਖ ਜਿਹੜਾ ਉਹ ਕਿਤੇ ਆਲਸੀ ਜਾਂ ਬੇਧਿਆਨਾ ਹੋ ਕੇ ਪਾਠ ਨਾ ਕਰੇ। ਇਹੀ ਕਾਰਨ ਜਿਤਨਾ ਨਿਤਨੇ ਵਿੱਚ ਧਿਆਨ ਰੱਖਣਾ ਪੈਂਦਾ ਹੈ, ਸ਼ਾਇਦ ਇਤਨਾ ਕਿਸੇ ਬਾਣੀ 'ਚ। ਦਾਸ ਨੇ ਅਰਜ਼ ਕੀਤੀ ਸੀ ਕਿ ਜਪਜੀ ਸਾਹਿਬ ਦਾ ਪਾਠ ਕਰਨੇ ਆਪਾਂ, ਬੇਧਿਆਨਾ ਬੰਦਾ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕੇਗਾ। ਇਹ ਗੱਲ ਵੱਖਰੀ ਕਿ ਸੋਚੇ ਨਾ। ਆਪ ਜੀ ਦੇਖੋ ਨਾ, ਸਿਰਫ ਦੋ ਕੁ ਉਦਾਹਰਨਾਂ ਨੇ। ਜਪਜੀ ਸਾਹਿਬ ਦੀਆਂ ਤੁਕਾਂ ਇੱਕ ਦੂਜੇ ਨਾਲ ਮੇਲ ਬੜਾ ਖਾਂਦੀਆਂ ਨੇ। ਇੱਕ ਤਾਂ ਜਦੋਂ ਆਪ ਜੀ ਨਾਨਕ ਭਗਤਾਂ ਸਦਾ ਵਿਗਾਸ 4 ਵਾਰੀ ਆਉਂਦਾ ਹੈ, 4 ਪੌੜੀਆਂ ਨੇ ਸੁਣਿਆ ਦੀਆਂ, ਤੇ ਕਈ ਵਾਰੀ ਬੰਦਾ ਇਸੇ ਭੁਲੇਖੇ 'ਚ ਲੈ ਰਹਿੰਦਾ ਹੁਣ ਅਗਲੀ ਪੌੜੀ ਮੈਂ ਕਿਹੜੀ ਪੜ੍ਹਨੀ ਹੈ, ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ ਹਰ ਪੌੜੀ ਦੇ ਥੱਲੇ ਆਇਆ। ਤੇ ਜਦੋਂ ਅਸੀਂ ਪਾਠ ਕਰਨੇ ਆ, ਮੰਨੇ ਕੀ ਗਤ ਕਹੀ ਨਾ ਜਾਏ। ਹੁਣ ਇਹ ਪੌੜੀ ਸਿਰਫ ਇੱਕੋ ਹੀ ਹੈ ਜੀ, ਆਪ ਨੂੰ ਪਤਾ ਹੈ ਜੀ, ਸਿਰਫ ਇੱਕੋ ਪੌੜੀ ਮੰਨੇ ਦੀ, ਤੇ ਬਾਕੀ 3 ਪੌੜੀਆਂ ਜਿਹੜੀਆਂ ਮਹਾਰਾਜ ਜੀ ਨੇ ਮੰਨੇ ਦੀਆਂ ਲਿਖੀਆਂ ਨੇ। ਹੁਣ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ। ਹੁਣ ਆਹ ਜਿਹੜੀ ਤੁਕ ਆਉਂਦੀ ਹੈ, ਜੇ ਕੋ ਕਹੇ ਪਿਛੈ ਪਛਤਾਏ, ਕਈ ਵਾਰੀ ਸਾਡੀ ਸੁਰਤ ਬੇਧਿਆਨਾ ਹੋਵੇ ਅੰਦਰ, ਤੇ ਇੱਕੋ ਦਮ ਸਾਰਾ ਪਾਠ ਛੱਡ ਕੇ ਸਰਮਖੰਡ ਵਿੱਚ ਪਹੁੰਚ ਜਾਂਦਾ ਹੈ ਕਿ ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਆਂ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਤੁਕ ਖਾਗੀ ਮੇਲ ਨਾ ਜੀ। ਹੁਣ ਇੱਕ ਤੁਕ ਬੇਧਿਆਨਾ ਕਿਤੇ ਧਿਆਨ ਨਿਕਲ ਗਿਆ ਤੇ ਕਿੰਨਾ ਜਪਜੀ ਸਾਹਿਬ ਦਾ ਪਾਠ ਵਿੱਚੋਂ ਨਿਕਲ ਗਿਆ। ਮੈਂ ਅਰਜ਼ ਕਰਾਂਗਾ ਇਸੇ ਤਰ੍ਹਾਂ ਹੀ ਜਿਹੜਾ ਸੋਦਰ ਦਾ ਸ਼ਬਦ ਹੈ, ਪੌੜੀ ਹੈ, ਆਪ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅੰਮ੍ਰਿਤ ਬਚਨ ਸਤਿਗੁਰਾਂ ਨੇ 3 ਵਾਰੀ ਦਰਜ ਕੀਤਾ ਹੈ। ਇੱਕ ਜਪਜੀ ਸਾਹਿਬ, ਦੂਸਰਾ ਰਹਿ ਰਾਸ ਸਾਹਿਬ, ਤੇ ਤੀਸਰਾ ਰਾਗ ਆਸਾ ਦੀ ਆਰੰਭਤਾ। ਪਰ ਤਿੰਨਾਂ 'ਚ ਪਾਠ ਭੇਦ। ਇਸ ਭੇਦ ਲਫ਼ਜ਼ ਨੂੰ ਨੈਗੇਟਿਵ ਨਹੀਂ ਲੈਣਾ। ਪਾਠ ਵਿੱਚ ਫਰਕ ਹੈ, ਫਰਕ ਦਾ ਅਰਥ ਆਪੇ ਫਰਕ ਕੀਤਾ ਦਾਤੇ ਨੇ। ਪਰ ਬੇਧਿਆਨਾ ਕਈ ਵਾਰੀ ਬੰਦਾ ਸੋਦਰ ਦੇ ਵਿੱਚ ਇੰਨੀਆਂ ਭੁੱਲਾਂ ਕਰ ਜਾਂਦਾ ਹੈ। ਹੁਣ ਤੁਸੀਂ ਦੇਖੋ, ਜਾਣ ਹੈ, ਜਾਣਨ, ਬੜੇ ਸ਼ਬਦ ਨੇ, ਕਹੀਨ, ਕਹੀਐ, ਤੋਹਨੂੰ, ਤੁਧ ਨੂੰ, ਪਵਨ, ਪਾਉਣ। ਇਹ ਲਫ਼ਜ਼ ਸਤਿਗੁਰੂ ਨੇ ਅਰਥ ਇੱਕੋ ਹੀ ਨੇ। ਮਤਲਬ ਸਿੱਖ ਸੁਚੇਤ ਹੋ ਕੇ ਪਾਠ ਕਰੇ। ਜਦੋਂ ਆਪ ਪਾਠ ਕਰਦੇ ਹੋ, ਸੋ ਪਾਤਸ਼ਾਹ, ਸ਼ਾਹਾਂ, ਜਪਜੀ ਸਾਹਿਬ 'ਚ ਪਾਤ ਸਾਹਿਬ ਤੇ ਸੋਦਰ ਵਿੱਚ ਹੈ ਪਤ ਸਾਹਿਬ। ਫਰਕ ਹੈ ਨਾ, ਅਰਥ ਇੱਕੋ ਹੀ ਹੈ। ਪਰ ਸਤਿਗੁਰੂ ਨੇ ਕਿਹਾ ਵੀ ਇਹ ਕਿਤੇ ਇਹ ਨਾ ਹੋਵੇ ਵੀ ਮੈਨੂੰ ਯਾਦ ਹੋ ਗਿਆ ਹੁਣ ਸਭ ਕੁਝ। ਸੁਚੇਤਤਾ ਬਖਸ਼ੀ। ਪਰ ਇੱਥੇ ਆ ਕੇ ਵੀ ਕਈ ਵਾਰੀ ਬੇਧਿਆਨਾ ਬੰਦਾ ਜਪ ਦਾ ਨੇਮ ਕਰਦਾ ਕਰਦਾ ਸੰਧਿਆ ਦਾ ਨੇਮ ਪੂਰਾ ਕਰ ਜਾਂਦਾ ਹੈ। ਸੋ ਪਾਤਸ਼ਾਹ, ਸ਼ਾਹ, ਪਾਤ ਸਾਹਿਬ, ਨਾਨਕ ਰਹਿਣ ਰਜ਼ਾਈ, ਤੇ ਇੱਕੋ ਦਮ ਫਿਰ ਪੜਨ ਲੱਗ ਪੈਂਦਾ, ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਫਿਰ ਸਮਝਦਾ ਨਹੀਂ। ਇਸ ਕਰਕੇ ਮੈਂ ਬੇਨਤੀ ਕਰਾਂਗਾ, ਜੇ ਇਹ ਸਤਿਗੁਰੂ ਨੇ ਆਪਾਂ ਨੂੰ ਸ਼ਬਦ ਕਹਿਣ ਪੜਾਂਗੇ ਆਪਾਂ। ਇੱਥੇ ਮਹਾਰਾਜ ਨੇ ਲਿਖਿਆ ਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ, ਕਹਿਣ ਨਾ ਜਾਏ। ਵੱਡੇ ਕੀਆਂ ਜਿਹੜੀਆਂ ਵਡਿਆਈਆਂ ਨੇ, ਸਿਫਤਾਂ ਨੇ, ਕਹਿਣਾ, ਕਹਿਣ ਨਾ ਜਾਏ। ਸੁਣਿਓ ਇਸ ਪਾਠ ਦੇ ਅਰਥ। ਮੈਂ ਅੱਜ ਹੈਰਾਨ ਹੋਇਆ, ਸਭ ਨੇ ਅਰਥ ਹੀ ਕੀਤੇ ਕਿ ਵੱਡੇ ਦੀ ਵਡਿਆਈ ਨੂੰ ਕੋਈ ਕਹਿ ਨਹੀਂ ਸਕਦਾ। ਪਰ 2 ਵਾਰੀ ਸ਼ਬਦ ਆਇਆ। ਦੇਖੋ, ਆਪਾਂ ਇਹ ਜਪਜੀ ਸਾਹਿਬ ਜਿਹੜਾ ਪਾਠ ਕਰਨੇ ਆ, ਜੇ ਕੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਅਸੀਂ ਵੀ ਅਰਥ ਹੀ ਕਰਦੇ ਹਾਂ ਜੀ, ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ, ਮੈਂ ਉਹਨਾਂ ਨੂੰ ਤਾਂ ਵਾਰ-ਵਾਰ ਕੋਟ ਕਰਨਾ, ਗੁਰਮੁਖੋ, ਜੇ ਕਿਤੇ ਲਿਖਤ ਵਿੱਚ ਕਿਸੇ ਨੇ ਰੂਹਾਨੀਅਤ 'ਚ ਭਿੱਜ ਕੇ ਅਰਥ ਕੀਤੇ ਆ ਨਾ, ਸੱਚ ਇਹ ਭਾਈ ਵੀਰ ਸਿੰਘ ਨੂੰ ਅੱਖਾਂ ਤੋਲੇ ਨਹੀਂ ਕੀਤਾ ਜਾ ਸਕਦਾ।
बाकी सब की कमाई। प्रोफैसर साहिब सिंह होना बड़ी मेहनत की ग्रैमर की शुरुआत, हालांकि ग्रैमर की सब तो पहली झलक है, भावें उन्हें सिक्खी विरोध भी कोई शब्द कहे, सब तो पहला ग्रैमर की झलक जिहड़ी है जर्मन का विद्वान डॉक्टर ट्रंप है उन्होंने पई सी। सब तो पहला उन्होंने अंग्रेज़ों ने कहा लिखण वास्ते सिखां लई, उन्हें गुरु ग्रंथ साहिब के दर्शन किए ते उसने भीड़ विचों जदों लगा मात्रां देखियां जी, उन्हें पंजाबी आके ते सीखी। पर उस वक्त पुजारियां दी बेरुखी ने कहा जाता है उस बंदे नूं ओह कोई ना दे सके, पर उन्हें सब तो पहला जिहड़ी झलक है उन्हें व्याकरण की देखी भी ये अलावां ने दुलावां ने औंकड़ है। उस तो बाद सन्मानयोग प्रिंसीपल तेजा सिंह जी, आप जी नूं पता होवे बंबे प्रिंसीपल हुंदे सन, इन्हां ने फिर लगा मात्रा बारे लिखिया। उस तो अगे सानूं पता लगदा है सन्मानयोग प्रोफैसर साहिब सिंह जी, उस तो बाद नाल असीं भाई साहब भाई रणधीर सिंह जी। मेरे कहण तो मुराद जी कि आ जिहड़ा बचन है कहना कहण ना जाए, हुण सीधा शब्द ही हो सकता है कि नहीं कथन किया जा सकता, उत्थे भी शब्द है जे खो जाना आखा नाही कहना कथन ना जाए। इहदा अर्थ आम टीकाकार करदे आ जी, नहीं कहा जा सकता। भाई साहब कहंदे आ कि महाराज कहंदे आ वड्डे जिन कीती सो पार पया, तेरी सिफत बहुत चंगी है, पर जिन्ने भी कीती तेरी सिफत करने वाला बंदा एक दिन भव सागर तो पार हो गया। ते सिफत जिहड़ी है गुरमुखो ये भी बख्शिश न मिलती, जना खना बंदा नहीं कर सकता सिफत। मैनू तो इंज लगता है जी जदों आप गुरु ग्रंथ साहिब नूं निठ के कलिया इस तरह पढ़ो जिवें बाबा जी की ना गोद च बैठ के आपां लाड़ नाल गल्लां करने, सारी बाणी इक्को गल कहेगी बंदिया तू अपने आप नूं समर्पण कर दे, कोई भी काम चंगा करना पे अपने खाते च बिल्कुल ना पाई, हर कर्म जिहड़ा वो रब ते गुरु की किरपा नाल जोड़ दें, ओहदे खाते पा देगा, फिर कभी व्यर्थ नहीं जाना, अपने खाते पाएगा मरांगे। देखो असी जिहड़ी सिफत है, फिर मैं दोबारा रिपीट कर लगा, पहली गल ये बख्शिश तो बिना मिलती नहीं। घर दे 10 जी ने, क्षमा करो 10 सवेरे उठ के नितनेम करते तुसीं देखे, किचन एक घर एक, सहूलतां सारियां दी इक्को ने। एक बंदा सहूलत लैके 11 बजे उठदा है ते जे किते बजुर्ग 9 बजे आवाज़ ही मारदा है ते वो लड़न तक पैंदा है, ते दूजा सवखत ही उठ के कहंदा रब्बा तेरा कोटान कोट शुक्र तू मेरी झोली च बहुत कुछ पाया है। किचन एक, खाना एक, सहूलत एक, पर बाबा जी कहंदे ने सारे सिफत किवें करन, क्योंकि सिफत भी वो करते हैं जिहदे ते तेरी बख्शिश हुंदी है। जिसनूं बख्शे सिफत सलाह नानक पातशाही पातशाह, नदर करे तां सिमरिया जाए, जां बाबा जी का बचन से सिमरै जिन आप सिमराए, जिन्होंने तू किरपा करके सिमरन की दात देवें वो सिमरते ने। मैं पहली बेनती आपनूं ये कीती जी, ओदियां वडियाइयां करनियां ने, तू बड़ा चंगा है, तू बड़ा उच्चा है, तेरे वर्गा कोई नहीं। अगे देखो आपां जदों पढ़ांगे उस विच महाराज किरपा करनगे, ओहदी सिफत करी, बेअंत बेअंत कही जो ये भी सिफत है, तू ही कही जो ये भी सिफत है, वैगुरु वैगुरु कही जो ये भी सिफत है, दाता दाता कही जो ये भी सिफत है। सच एवे कि सिफत जिन्नी करांगे उन्होंने संबोधन करके, ते खास करके मान लो जिस बंदे का एक शब्द ते मन ना लगता हो सिफत का, ते कदी जाप साहब टेक के पढ़ियो 1101 बार मेरा गुरु गोबिंद सिंह सच्चा पातशाह रब दियां वख-वख बख्शां दे तरीके नाल वख-वख ढंग नाल सिफत पिया करदा है। जाप साहब सारा सिफत है जी परमात्मा दी। सतगुरु कहंदे आ वडियाई क्यों करनी है, सिर्फ ये थोड़ी पहली गल असीं मिल जाइए उहदे विच। दूजी गल जिन्नी ओहदी वडियाई करांगे, याद रखियो उंज धक्के नाल गोनी अंदर आउणे। हुण कई वारी कई सज्जन कहंदे ने जी परमात्मा ने गुणां दी विचार करो, मैं कथा कर देंगे विचार है, पर जिन्नी देर तक ओहदे गुणां नाल ओहनूं पुकारदे नहीं, वडियाई नहीं करदे, उन्नी देर तक गुण अंदर किवें प्रवेश करनगे भाई। महाराज कहंदे आ कि सब तो चंगा मौका है ओहदी वडियाई करन दा। वड्डे कीआं वडियाइयां किहड़ा, ਉਹ ਤੁਸੀਂ ਜਪਜੀ ਸਾਹਿਬ 'ਚ ਪੜ੍ਹਦੇ ਹੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ
ਵਿਚਾਰ। ਅੰਮ੍ਰਿਤ ਵੇਲਾ ਉਹਦੀ ਵਡਿਆਈ ਕਰਨ ਦਾ ਮੌਕਾ ਹੈ, ਉਹਦੀ ਸਿਫਤ ਕਰ। ਅਰਜ਼ ਕਰਾਂ, ਅੱਜ ਕੱਲ੍ਹ ਬਾਰਿਸ਼ ਬੜੀ ਪੈ ਰਹੀ ਹੈ, ਮੀਂਹ ਬਹੁਤ ਜ਼ਿਆਦਾ ਪੈਂਦਾ ਪਿਆ ਹੈ, ਤੇ ਇਹ ਵੀ ਆਪ ਸਭ ਨੂੰ ਪਤਾ, ਤਬਾਹੀ ਵੀ ਬੜੀ ਹੋਈ, ਜਿਵੇਂ ਆਪਾਂ ਰਾਤ ਵੀ ਕੱਲ ਵੀ ਇਹ ਅਰਜ਼ ਕੀਤੀ। ਪਰ ਇੱਕ ਗੱਲ ਮੈਂ ਬੇਨਤੀ ਕਰਾਂ, ਜਿੱਥੇ ਮਹਾਰਾਜ ਜੀ ਨੇ ਰੂਹਾਨੀ ਬਖਸ਼ਿਸ਼ ਕੀਤੀ ਨਾ ਜੀ, ਉੱਥੇ ਸਤਿਗੁਰੂ ਨੇ ਸੰਸਾਰ ਦੇ ਇਸ ਸੰਕਟ ਨੂੰ ਛੱਡ ਕੇ ਜੰਗਲਾਂ ਵਿੱਚ ਭੱਜਣ ਦਾ ਕਿਤੇ ਜ਼ਿਕਰ ਨਹੀਂ ਕੀਤਾ। ਇਹ ਪੜ੍ਹਨ ਵਿੱਚ ਆਉਂਦਾ ਜੀ, ਮਹਾਰਾਜ ਗੁਰੂ ਹਰਿ ਸਾਹਿਬ ਨੇ 52 ਬਾਗ ਸੱਚੇ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਲਵਾਏ ਸਨ ਜੀ। ਮਹਾਰਾਜ ਨੇ ਆਪਣੇ ਹੱਥੀਂ ਰੁੱਖ ਲਾਏ ਆ। ਚਲੋ ਅੱਜ ਸਾਰੇ ਭਾਵੇਂ ਕਹਿੰਦੇ ਆ, ਮੈਨੂੰ ਇਸ ਗੱਲ ਦਾ ਖੇਦ ਹੈ ਕਿ ਪਤਾ ਨਹੀਂ ਕਿਉਂ ਅਸੀਂ ਕਿਸ ਵਿਚਾਰਧਾਰਾ ਨੂੰ ਲੈ ਕੇ ਉਹਨਾਂ ਰੁੱਖਾਂ ਦੀਆਂ ਜੜ੍ਹਾਂ 'ਚ ਰੱਖ ਕੇ ਆਰੀਆਂ ਫੇਰੀਆਂ, ਜਿਨ੍ਹਾਂ ਰੁੱਖਾਂ ਦੇ ਥੱਲੇ ਮੇਰੇ ਬਾਬੇ ਨੇ ਬੈਠ ਕੇ ਰੱਬ ਦੇ ਗੀਤ ਗਾਏ। ਅਸੀਂ ਕਿਹਾ ਜੀ ਰੁੱਖ ਨੂੰ ਲੋਕੀ ਮੱਥਾ ਟੇਕਣ ਲੱਗ ਪਏ ਆ। ਮੈਂ ਇੱਕ ਦਿਨ ਇੱਥੇ ਵੀ ਕਿਹਾ ਸੀ, ਇਹ ਬੜਾ ਚਰਚਾ ਚੱਲਦੀ, ਬੇਰੀਆਂ ਨੂੰ ਮੱਥਾ ਟੇਕਦੇ ਆ। ਦੁਹਾਈ ਰੱਬ ਦੀ, ਸਿੱਖ ਕਦੀ ਬੇਰੀ ਨੂੰ ਮੱਥਾ ਨਹੀਂ ਜੇ ਟੇਕਦਾ। ਲੁਧਿਆਣੇ ਤੋਂ ਅੰਮ੍ਰਿਤਸਰ ਤੱਕ ਚੇਤੇ ਰੱਖਿਓ, ਦੋਹਾਂ ਪਾਸੇ ਪਤਾ ਨਹੀਂ ਹਜ਼ਾਰਾਂ ਬੇਰੀਆਂ ਆਉਣਗੀਆਂ। ਕਦੀ ਤੁਸੀਂ ਗੱਡੀ ਖੜੀ ਕਰਕੇ ਕਿਹਾ ਬੇਰੀ ਆ ਗਈ, ਰੋਕ ਕੇ ਪਰਿਕਰਮਾ ਕਰ ਲਈ? ਨਹੀਂ ਪਿਆਰਿਓ, ਬੇਰੀ ਰੁੱਖ ਉਸੇ ਨੂੰ ਸਿੱਖ ਨੇ ਸਨਮਾਨ ਦਿੱਤਾ ਜਿਸ ਬੇਰੀ ਨੂੰ ਗੁਰੂ ਦੀ ਛੂਹ ਮਿਲ ਗਈ। ਪਰ ਜਿਹੜੀ ਏਡੀ ਵੱਡੀ ਛੂਹ ਮਿਲੀ ਹੋਵੇ, ਆਪਾਂ ਨੂੰ ਕੋਈ ਹੱਕ ਨਹੀਂ ਸੀ ਉਹਨਾਂ ਨੂੰ ਪੱਟ ਕੇ ਬਾਹਰ ਸੱਟਣ ਦਾ। ਸਭ ਕੁਝ ਦੁਨੀਆ ਦਾ ਤਬਾਹ ਹੋਣ ਤੋਂ ਬਾਅਦ ਜਦੋਂ ਗੁਰੂ ਨੇ ਜ਼ਫਰਨਾਮਾ ਲਿਖਿਆ, ਪਿਆਰਿਓ, ਕਿਸੇ ਦੁਨੀਆਦਾਰ ਬੰਦੇ ਨੂੰ ਦੇਖੋ ਘਰ ਵੀ ਖਤਮ ਹੋ ਜਾਏ, ਪਰਿਵਾਰ ਵੀ ਚਲਾ ਜਾਏ, ਸੱਚੀ ਮੁੱਚੀ ਸ਼ੁਦਾਈ ਹੋ ਕੇ ਕਹੇਗਾ ਮੇਰਾ ਸਭ ਕੁਝ ਲੁੱਟਿਆ ਗਿਆ। हे ਸਤਿਗੁਰੂ, ਕੈਸੀ ਸੁਰਤ ਹੈ ਤੇਰੀ ਅਡੋਲ, ਇੰਨਾ ਕੁਝ ਚਲਾ ਗਿਆ ਪਰ ਜ਼ਫਰਨਾਮੇ 'ਚ ਕਿਤੇ ਕਮਜ਼ੋਰੀ ਨਹੀਂ ਦੱਸੀ ਕਿ ਔਰੰਗਜ਼ੇਬ ਮੇਰਾ ਸਭ ਕੁਝ ਚਲਾ ਗਿਆ। ਗੁਰੂ ਕਹਿੰਦਾ ਤਾਂ ਕੀ ਹੋਇਆ? 4 ਚੰਗਿਆੜੀਆਂ ਬੁੱਝ ਗਈਆਂ, ਅਜੇ ਤਾਂ ਅੱਗ ਦਾ ਭਾਂਬੜ ਬਲਣ ਵਾਲਾ ਹੈ। ਤੇ ਮੈਂ ਤਾਂ ਕਿਹਾ ਵੀ ਆਪਾਂ ਕਿਵੇਂ ਸੋਚਨੇ ਪਏ ਵੀ ਆਪਾਂ ਸਾਰੇ ਮਰ ਗਏ। ਮਹਾਰਾਜ ਸ਼ਬਦ ਵਰਤਿਆ, ਚਾ ਸ਼ੁੱਧ ਕੇ ਚੂ ਬਚਗਾ ਕੁਛ ਤੈ ਚਾਰ। ਚਾ ਸ਼ੁੱਧ ਕੀ ਹੋਇਆ? 4 ਬੱਚੇ ਕੋ ਕੇ ਮਾਰ ਦਿੱਤੇ ਕਿ ਬਾਕੀ ਬੇਮਾਦਸਤ ਪੇਚੀ ਦੇ ਮਾਰ। ਅਜੇ ਤੱਕ ਕੁੰਡਲੀਆ ਖਾਲਸਾ ਸੱਪ, ਉਹਨੂੰ ਸ਼ਬਦ ਉੱਤੇ ਮਹਾਰਾਜ ਨੇ ਪੇਚੀ ਦਾ ਮਾਰਦਰ ਤੇ ਕੁੰਡਲੀਆ ਸੱਪ ਸ਼ਬਦ ਵਰਤੋ। ਇਸੇ ਕਰਕੇ ਸਿੱਖ ਦੇ ਬੱਚੇ ਨੂੰ ਭੁਚੰਗੀ ਕਹਿੰਦੇ ਸਨ। ਇਹ ਸਾਨੂੰ ਸ਼ਬਦ ਵੈਸੇ ਦੁਸ਼ਮਣਾਂ ਨੇ ਵੀ ਦਿੱਤਾ, ਭੁਚੰਗੀ। ਜਿਵੇਂ ਸੱਪ ਦੇ ਬੱਚੇ ਕਿਹਾ ਇੱਥੇ ਸਰਹੰਦ ਸੁਚਾਨੰਦ ਨੇ ਕਿ ਨੀਕੇ ਬਾਰਕ ਤੁਮ ਮਤ ਜਾਨੋ ਨਾਗੋਂ ਕੇ ਪੂਤ ਬਖਾਨੋ, ਸੁਚਾਨੰਦ ਨੇ ਕਿਹਾ। ਉੱਥੇ ਮਹਾਰਾਜ ਕਹਿੰਦੇ ਚਾਹ ਸ਼ੁੱਧ ਕੇ ਚੂ ਬਚਗਾ ਕੁਛ ਤੈ ਚਾਰ ਕਿ ਬਾਕੀ ਬੇਮਾਦਸਤ ਪੇਚੀ ਦਾ ਮਾਰ। ਇੱਕ ਸ਼ੇਰ ਹੋਰ ਹੈ, ਜੇ ਮਰਦੀ ਕੇ ਅਗਰ ਖਮੋਸ਼ਾ ਕੁਨੀ। ਉਹ ਕਾਦੀ ਮਰਦਾਨਗੀ ਹੈ ਚੰਗਿਆੜੀਆਂ ਬਣਾਉਣ ਵਾਲੇ ਦੀ ਕਿ ਫਰੋਜ਼ਾ ਆਤਸ਼ ਕਿ ਜੇ ਮਰਦੀ ਕੇ ਅਗਰ ਖਮੋਸ਼ਾ ਕੁਨੀ। ਕੀ ਬਹਾਦਰੀ ਹੈ, ਤੂੰ ਚੰਗਿਆੜੀਆਂ ਬਜਾਉਣ ਵਾਸਤੇ ਆਇਆ ਹੈ ਕਿ ਆਤਸ਼ ਦਮਾਰਾ ਫਰੋਜ਼ਾ ਕੁਨੀ। ਅਜੇ ਤਾਂ ਅੱਗ ਦਾ ਭਾਂਬੜ ਬਲਣ ਵਾਲਾ ਹੈ। ਢਹਿੰਦੀ ਕਲਾ ਵਾਲਾ ਖੁੰਦਾ ਤੇ ਕਹਿੰਦਾ ਸਿੱਖ ਸਾਰੇ ਪੰਥ ਖਤਮ। ਗੁਰੂ ਕਹਿੰਦਾ ਨਾ, 4 ਮੁਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮੈਂ ਤਾਂ ਬੇਨਤੀ ਕਰਾਂਗਾ ਇਸ ਨੈਗੇਟਿਵ ਅਪਰੋਚ ਨੂੰ ਬਦਲੀਏ ਥੋੜਾ ਜਿਹਾ। ਐਵੇਂ ਕਲਪੀ ਜਾਣਾ ਬੈਠਿਆਂ, ਬਲੱਡ ਪ੍ਰੈਸ਼ਰ ਸੰਗਤ ਦਾ ਵਧਾਈ ਜਾਂਦੇ, ਬਾਹਰ ਨਿਕਲ ਕੇ ਸਾਰੇ ਸਿੱਖ ਮਰ ਜਾਣੇ। ਮੇਰੀ ਬੇਨਤੀ ਹੈ, ਨਹੀਂ ਪਿਆਰਿਓ, ਯਾਦ ਰੱਖਿਓ, ਏਡੀ ਚੜ੍ਹਦੀ ਕਲਾ। ਮੇਰੇ ਮਨ 'ਚ ਪਾਠ ਤਾਂ ਅੱਗੇ ਵੀ ਬੜੀ ਵਾਰੀ ਕੀਤਾ ਜ਼ਫਰਨਾਮੇ ਦਾ, ਤੇ ਜਦੋਂ ਹੁਣ ਧਿਆਨ ਨਾਲ ਮੈਂ ਦੇਖਿਆ ਮਹਾਰਾਜ ਨੇ ਜਦੋਂ ਜ਼ਫਰਨਾਮਾ ਲਿਖਿਆ ਨਾ ਜੀ, ਮੈਂ ਕਿਉਂ ਆਪ ਜੀ ਨੂੰ ਕਹਿਣ ਲੱਗਾ ਕਿ ਇਹ ਜਿਹੜੀ ਵਡਿਆਈ ਰੱਬ ਦੀ ਕੀਤੀ ਹੈ, ਹਿੰਦੁਸਤਾਨ ਦੀ ਤਰਾਸਦੀ ਸੀ। ਜਿਹੜੀ ਗੁਰੂ ਨੇ ਪਰਮਾਤਮਾ ਦੀ ਵਡਿਆਈ ਕੀਤੀ, ਆਮ ਲੋਕ ਇਹ ਵਡਿਆਈ ਦੁਨੀਆ ਦੇ ਰਾਜੇ ਦੀ ਕਰਦੇ ਸਨ। ਕਿਵੇਂ? ਉਹਦੇ ਲਈ ਸ਼ਬਦ ਵਰਤਣਾ ਰਿਜ਼ਕ ਦਾਤਾ, ਪ੍ਰਜਾਪਤ, ਇਸ ਤਰੀਕੇ ਕਹਿੰਦੇ ਸਨ। 2 ਆਲਮ ਸ਼ਾਹ, ਜਹਾਂ ਪਨਾਹ, ਏਡੇ ਲਫ਼ਜ਼ ਵਰਤਨੇ। ਕਿਉਂਕਿ ਇੱਥੋਂ ਤੱਕ ਕਿ ਚਿੱਠੀ ਕੋਈ ਵੀ ਲਿਖਦਾ ਸੀ ਬਾਦਸ਼ਾਹ ਨੂੰ, ਇਹੀ ਕਹਿੰਦਾ ਸੀ ਤੂੰ ਮੇਰਾ ਰਿਜ਼ਕ ਦਾ ਦਾਤਾ ਹੈ। ਇੱਥੇ ਕਰਕੇ ਰਾਜਿਆਂ ਲਈ ਸ਼ਬਦ ਭਗਵਾਨ ਵੀ ਵਰਤਣ ਲੱਗ ਪਏ, ਰੱਬ ਵੀ ਵਰਤਣ ਲੱਗ ਪਏ। ਗੁਰੂ ਸਾਹਿਬ ਨੇ ਜਦੋਂ ਜ਼ਫਰਨਾਮਾ ਲਿਖਿਆ, ਮੈਂ ਤਾਂ ਕਹਿ ਰਿਹਾ, ਉਹਨੇ ਪਏ ਹਜ਼ੂਰ ਨੇ ਪਹਿਲਾ ਸ਼ੇਰ ਜਿਹੜਾ ਹੈ ਉਹਦੇ 'ਚ ਹੀ ਲਿਖਿਆ, ਕਮਾਲ ਏ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਲ ਰਹੀਮ। ਕਿਉਂ? ਜਿੰਨੀਆਂ ਵੀ ਚਿੱਠੀਆਂ ਔਰੰਗਜ਼ੇਬ ਨੂੰ ਕੋਈ ਰਾਇਆ ਲਿਖੇਗੀ, ਉਹ ਲਿਖੇਗੀ ਜਹਾਂ ਪਨਾਹ,
ਉਹ ਲਿਖੇਗੀ ਸ਼ਹਿਨशाह, ਉਹ ਲਿਖੇਗੀ ਰਿਜ਼ਕ ਦਾਤਾ। ਪਰ ਗੁਰੂ ਗੋਬਿੰਦ ਸਿੰਘ ਚਿੱਠੀ ਲਿਖ ਕੇ ਬਾਦਸ਼ਾਹ ਦੀ ਇਸ ਹੈਂਕੜ ਨੂੰ ਤੋੜ ਦਿੰਦੇ ਨੇ ਕਿ ਰਿਜ਼ਕ ਦਾਤਾ ਕੇਵਲ ਅਕਾਲ ਪੁਰਖ ਹੈ। ਤੂੰ ਭੁਲੇਖੇ ਚ ਨਾ ਮੈਂ ਤੈਨੂੰ ਰਿਜ਼ਕ ਦਾਤਾ ਨਹੀਂ ਦਿਖਣ ਲੱਗਾ। ਯਾਦ ਰੱਖੋ, ਇਹ ਮੈਂ ਜਿਹੜੀ ਗੱਲ ਕਹਿਣੀ ਚਾਹਨਾ, ਉੱਥੇ ਸੰਬੋਧਨ ਔਰੰਗਜ਼ੇਬ ਨੂੰ ਕਰਨਾ ਹੈ ਤੇ ਸਿਫਤ ਰੱਬ ਦੀ। ਉਹ ਇਸ ਗੱਲ ਦੀ ਮਨੌਤ ਤੋੜੀ ਕਿ ਝੂਠੇ ਲੋਕ ਤੇਰੀਆਂ ਸਿਫਤਾਂ ਕਰਕੇ, ਵਡਿਆਈਆਂ ਕਰਕੇ ਕਹਿੰਦੇ ਨੇ ਤੂੰ ਰਿਜ਼ਕ ਦੇਣ ਵਾਲਾ ਹੈ, ਪਰ ਮੈਂ ਤੈਨੂੰ ਦੱਸਣਾ ਚਾਹਨਾ ਰਿਜ਼ਕ ਦੇਣ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਕਮਾਲ ਏ ਕਰਾਮਾਤ ਕਾਇਮ ਕਰੀਮ, ਮੈਂ ਤੇਰੀਆਂ ਕਰਾਮਾਤਾਂ ਦਾ ਕਾਇਲ ਖਾਂ। ਕਰੀਮ ਦਾ ਅਰਥ ਹੈ ਬਖਸ਼ਿੰਦ, ਸੋ ਕਰਤਾ ਕਾਦਰ ਕਰੀਮ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼, ਰਾਜ਼ਿਕ, ਤੂੰ ਰਿਜ਼ਕ ਦੇਣ ਵਾਲਾ ਹੈ। ਰਿਹਾ ਕੁਨ ਰਹੀਮ, ਤੂੰ ਸਭ ਨੂੰ ਰਿਖਾਈਆਂ ਦੇਣ ਵਾਲਾ ਹੈ। ਇੱਥੇ ਮਹਾਰਾਜ ਕਹਿੰਦੇ ਆ ਭਾਈ, ਉਸ ਦੀਆਂ ਵਡਿਆਈਆਂ ਵਿੱਚ ਸਭ ਤੋਂ ਪਹਿਲੀ ਵਡਿਆਈ ਉਹ ਕਰਤਾ ਹੈ। ਪਰ ਕਿਉਂ ਕਿਆ ਕਰਤਾ? ਕਿਉਂਕਿ ਉਹਨੂੰ ਮਟੀਰੀਅਲ ਦੀ ਲੋੜ ਨਹੀਂ ਪਈ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ, ਦੁਨੀਆ 'ਚ ਕਰਤੇ ਬੜੇ ਨੇ, ਰੱਬ ਵਰਗਾ ਕੋਈ ਨਹੀਂ ਜੀ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ। ਇੱਕ ਸੱਜਣ ਸੜਕ ਤੇ ਬੈਠਾ, ਇੱਥੇ ਸਾਡੀ ਜੀ ਵੇਖ ਲਓ, ਕਈ ਬੈਠੇ, ਉਹ ਝੌਂਪੜੀਆਂ 'ਚ ਰਹਿ ਨਾ ਮਿੱਟੀ ਦੀਆਂ ਮੂਰਤਾਂ ਬਣਾਉਂਦੇ ਆ। ਆਪਾਂ ਜਦੋਂ ਸ਼ਹਿਰ ਜਾਂਦੇ ਆ ਦੇਖਨੇ ਆ, ਪਰ ਉਹ ਮਿੱਟੀ ਦੀ ਮੂਰਤ ਦਾ ਕਰਤਾ ਹੈ। ਇਕੱਲਾ ਝੌਂਪੜੀ 'ਚ ਬੈਠਾ ਰਹੇ, ਮੂਰਤ ਉਹਦੇ ਅੰਦਰੋਂ ਕੋਈ ਨਹੀਂ ਨਿਕਲਣੀ। ਪਾਣੀ, ਮਿੱਟੀ, ਚੱਕ ਉਹਨੂੰ ਚਾਹੀਦਾ ਬਣਾਉਣ ਲਈ, ਔਜ਼ਾਰ ਚਾਹੀਦੇ ਨੇ। ਇੱਕ ਸੋਨਾ ਘੜਨ ਵਾਲਾ ਸੁਨਾਰ ਕਾਰੀਗਰ ਹੈ, ਪਰ ਸੋਨਾ ਬਾਹਰੋਂ ਹੋਵੇਗਾ ਤੇ ਗਹਿਣਾ ਬਣੇਗਾ ਨਾ। ਰੱਬ ਜਿਹੜਾ ਕਰਤਾ, ਉਹਨੂੰ ਬਿਲਕੁਲ ਬਾਹਰੋਂ ਕੁਝ ਨਹੀਂ ਲੈਣਾ ਪਿਆ। ਜਦੋਂ ਬਣਾਉਣ ਤੇ ਆਇਆ, ਉਹਨੇ ਆਪਣੇ ਆਪ ਹੀ ਸਭ ਕੁਝ ਬਣਾ ਦਿੱਤਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਕਰਤਾ ਹੈ, ਉਹਦੀ ਕਿਰਤ ਕਿਸੇ ਚੀਜ਼ ਦੀ ਮੁਤਾਜ ਨਹੀਂ ਸੀ। ਸੋ ਕਰਤਾ ਕਾਦਰ, ਉਹ ਸਰਬੱਗ ਹੈ ਜੀ। ਸਰਬੱਗ ਦਾ ਅਰਥ ਜਿਹਨੂੰ ਬਾਬਾ ਜੀ ਕਹਿੰਦੇ ਨੇ ਕਿ ਡੋਲਨ ਤੇ ਰਾਖੋ ਪ੍ਰਭੂ ਸਰਬ ਕਲਾ ਸਮਰੱਥ। ਸਰਬੱਗ ਦਾ ਅਰਥ ਹੈ, ਜਿਵੇਂ ਆ ਪਾਠ ਕਰਨੇ ਆ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਵਾ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੈ ਆਕਾਸ਼ ਗਿਰਾਵੈ। ਪੇਖਾਰੀ ਤੇ ਰਾਜ ਕਰਾਵੈ, ਰਾਜਾਂ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਦੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਆਹ ਹੈ ਕਾਦਰ, ਸਰਬੱਗ ਹੈ ਨਾ ਜੀ। ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਸੋ ਕਰਤਾ ਕਾਦਰ ਕਰੀਮ। ਕਰੀਮ ਦਾ ਅਰਥ ਕਰਾਂਗੇ ਦਿਆਲੂ, ਬੜਾ ਬਖਸ਼ਿੰਦ ਹੈ। ਪਿਆਰਿਓ, ਇੰਨਾ ਬਖਸ਼ਿੰਦ ਜੇ ਬੰਦਾ ਇੰਨਾ ਦਿਆਲੂ ਨਹੀਂ ਮਿਲੇਗਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਕਿ ਸ਼ਾਇਦ ਹਜ਼ਰਤ ਇਬਰਾਹਿਮ ਦੀ ਘਟਨਾ ਸੀ, ਮੈਂ ਬਹੁਤ ਸਮਾਂ ਪਹਿਲਾਂ ਪੜ੍ਹੀ ਸੀ ਜੀ, ਚਲੋ ਯਾਦ ਆ ਗਈ ਹੁਣ। ਕਹਿੰਦੇ ਨੇ ਉਹ ਖਾਣਾ ਖਾਣ ਤੋਂ ਪਹਿਲਾਂ ਨਾ ਇਹ ਕਿਸੇ ਨੂੰ ਰੋਟੀ ਖਵਾ ਕੇ ਖਾਂਦਾ ਸੀ, ਉਹਦਾ ਨੇਮ ਸੀ ਜੀ। ਉਹਨੇ ਕਿਸੇ ਨੂੰ ਰੋਟੀ ਖਾਣਾ ਦੇਣਾ, ਬਾਅਦ ਵਿੱਚ ਆਪ ਖਾਣਾ। ਇੱਕ ਵਾਰ ਕੀ ਹੋਇਆ ਵੀ ਉਹਨੂੰ ਕੋਈ ਲੋੜਵੰਦ ਨਹੀਂ ਮਿਲਿਆ, ਖਾਣਾ ਦੇਵੇ ਤੇ ਬਾਅਦ ਚ ਖਾਏ। ਸਾਰਾ ਦਿਨ ਘੁੰਮਦਾ ਰਿਹਾ, ਵਿਚਾਰਾ ਭੁੱਖਾ ਰਿਹਾ। ਤੇ ਦੁਪਹਿਰ ਢਲੀ ਇੱਕ ਬਜ਼ੁਰਗ ਮਿਲ ਗਿਆ ਤੇ ਉਹਨੂੰ ਪੁੱਛਦਾ ਵੀ ਤੂੰ ਖਾਣਾ ਖਾਣਾ ਪਸੰਦ ਕਰੇਗਾ? ਉਹ ਕਹਿੰਦਾ ਹਾਂ, ਮੈਨੂੰ ਭੁੱਖ ਬੜੀ ਲੱਗੀ, ਮੈਂ ਖਾਣਾ ਖਾਣਾ ਚਾਹਨਾ, ਰੋਟੀ ਮੈਨੂੰ ਚਾਹੀਦੀ। ਉਹਨੂੰ ਕਹਿੰਦਾ ਜੀ ਸਦਕੇ, ਮਨ ਚ ਕਿਹਾ ਵੀ ਰੱਬਾ ਸ਼ੁਕਰ, ਮੇਰਾ ਨੇਮ ਵੀ ਨਿਭ ਜਾਏਗਾ। ਆਇਆ, ਉਹਨੂੰ ਜੀ ਪ੍ਰਸ਼ਾਦਾ ਪਾ ਕੇ, ਜੋ ਖਾਣਾ ਸੀ ਥਾਲ ਚ ਪਾਤਰ ਚ ਪਾ ਕੇ ਦਿੱਤਾ। ਉਹਨੇ ਕੋਰ ਤੋੜੀ, ਬੁਰਕੀ ਤੋੜੀ, ਮੂੰਹ ਚ ਪਾਣ ਲੱਗਾ ਤੇ ਉਹ ਬੜਾ ਆਪਣੇ ਆਪ ਨੂੰ ਮੋਮਿਨ ਕਹਿੰਦਾ ਸੀ, ਉਹਨੇ ਹੱਥ ਫੜ ਲਿਆ। ਉਹ ਫਕੀਰ ਸੀ, ਕਹਿੰਦਾ ਵੀ ਮੇਰਾ ਹੱਥ ਕਿਉਂ ਫੜਿਆ? ਕਹਿੰਦਾ ਮੂੰਹ ਚ ਪਾਣ ਤੋਂ ਪਹਿਲਾਂ ਰੱਬ ਦਾ ਸ਼ੁਕਰ ਤਾਂ ਕਰ ਲੈ, ਮੈਂ ਰੱਬ ਨੂੰ ਮੰਨਣਾ, ਰੱਬ ਦਾ ਸ਼ੁਕਰ ਤਾਂ ਕਰ। ਉਹਨੇ ਜੀ ਟੁਕੜਾ ਰੋਟੀ ਦਾ ਥਾਲੀ ਚ ਰੱਖ ਕੇ ਕਹਿੰਦਾ ਹੈ, ਮੈਂ ਰੋਟੀ ਚੁੱਕ ਲੈ, ਮੈਂ ਸ਼ੁਕਰ ਕੋਈ ਨੂੰ ਕਰਨਾ ਉਹਦਾ। ਖੇਡ ਰੱਬ ਨਹੀਂ ਵਰਤਾਈ ਸੀ। ਉਹ ਕਹਿੰਦਾ ਕਿਉਂ? ਕਹਿੰਦਾ ਤੇਰੇ ਹੱਥ ਦਿਸਦੇ ਨੇ, ਮੈਂ ਤੇਰਾ ਸ਼ੁਕਰ ਤਾਂ ਕਰਾਂਗਾ, ਧੰਨਵਾਦ ਕਰਾਂਗਾ। ਉਹ ਕੌਣ ਵਿੱਚ ਆ ਗਿਆ ਤੀਜਾ ਜਿਹਦਾ ਤੂੰ ਕਹਿੰਦਾ ਸ਼ੁਕਰ ਕਰ? ਉਹ ਕਹਿੰਦਾ ਏਡਾ ਨਾਸਤਕ ਹੁੰਦਾ। ਕਹਿੰਦਾ ਜੇ ਤੂੰ ਸ਼ੁਕਰ ਨਹੀਂ ਕਰਨਾ ਤੇ ਰੋਟੀ ਨੂੰ ਥਾਲੀ ਪਰਾਂ ਕੀਤੀ, ਕਹਿੰਦਾ ਚੁੱਕ ਆਪਣੀ ਥਾਲੀ, ਮੈਂ ਤੇਰੀ ਮੁਤਾਜੀ ਨਹੀਂ ਕਰਨੀ, ਮੈਂ ਭੁੱਖਾ ਰਹਿ ਜਾਵਾਂਗਾ। ਕਹਿੰਦੇ ਜਦੋਂ ਉਸ ਸਿਮਰਨ ਚ ਰਹੋ, ਸੁਰਤ ਜੋੜਦਾ ਸੀ, ਜੁੜੇ ਨਾ,
YouTube ਤੇ 1930 1920 21 ਦੀਆਂ ਹਰਿਮੰਦਰ ਸਾਹਿਬ ਦੀਆਂ ਪਈਆਂ ਨੇ ਜੀ ਛੋਟੇ ਛੋਟੇ ਕਲਿੱਪ। ਤੁਸੀਂ ਦੇਖਿਓ ਸਾਰੀ ਦੀ ਸਾਰੀ ਪਰਿਕਰਮਾ ਜਿਹੜੀ ਰੁੱਖਾਂ ਨਾਲ ਭਰੀ ਹੋਈ ਹੈ। ਪਰ ਆਪਾਂ ਸਾਰੇ ਨਹੀਂ ਜੀ ਇੱਥੇ ਪੱਤੇ ਡਿੱਗਦੇ ਆ। ਉਹ ਮੈਂ ਕਹਿੰਦਾ ਪੱਤੇ ਡਿੱਗਦੇ ਆ, ਪਤਾ ਨਹੀਂ ਗੱਲ ਇਹ ਕਥਾ ਉਹਨਾਂ ਨੂੰ ਚੰਗੀ ਲੱਗਣੀ ਹੈ ਕਿ ਨਹੀਂ। ਨਿੱਕੇ ਨਿੱਕੇ ਗਮਲੇ ਰੱਖੀ ਬੈਠਿਆਂ ਉੱਥੇ। ਰਾਮਸਰ ਗੁਰਦੇਵ ਨੇ ਮਹਾਰਾਜ ਦਾ ਸਵਰੂਪ ਤਿਆਰ ਕਰ ਲਈ, ਆਪਣੇ ਹੱਥੀਂ ਵੀ ਭੇਡੇ ਲਵਾਏ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉੱਥੇ ਤਾਂ ਸੰਗਤ 3-3 ਵਾਰੀ ਪਰਿਕਰਮਾ ਦਾ ਇਸ਼ਨਾਨ ਕਰਾਈ ਜਾਂਦੀ, ਪੱਤਾ ਡਿੱਗਣ ਦੇਊਗਾ ਥੱਲੇ ਕੋਈ। ਮੇਰੀ ਬੇਨਤੀ ਹੈ ਸਿਰਫ ਜੀ ਇੱਕ, ਚਲੋ ਮੈਂ ਅਰਜ਼ ਕਰਾਂ ਕਿ ਮੀਂਹ ਪੈਂਦਾ ਹੈ ਤੇ ਨਦੀਆਂ ਨਾਲਿਆਂ ਦਾ ਪਾਣੀ ਚੱਲਦਾ ਹੈ। ਸਾਡੀ ਨਜ਼ਰ 'ਚ ਇਹ ਵੇ ਪਾਣੀ ਪ੍ਰਵਾਹਿਤ ਹੋ ਰਿਹਾ ਤੇ ਇਹਨੇ ਸਮੁੰਦਰ ਵੀ ਜਾ ਮਿਲਣਾ ਹੈ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹੜ੍ਹ 'ਚ ਆਏ ਹੋਏ ਪਾਣੀ ਦੀ ਉਦਾਹਰਨ ਲੈ ਕੇ ਸਾਨੂੰ ਜਪ ਸਾਹਿਬ 'ਚ ਇਹ ਗੱਲ ਸਮਝਾਉਂਦੇ ਆ। ਕਹਿੰਦੇ ਜਦੋਂ ਬਾਰਿਸ਼ ਪੈਂਦੀ ਏ ਨਦੀਆਂ ਤੇ ਨਾਲਿਆਂ ਦਾ ਪਾਣੀ ਪਿੱਛੇ ਨਹੀਂ ਦੇਖਦਾ, ਨਾ ਉਹ ਆਰਾਮ ਕਰਦਾ ਨਾ ਉਹ ਟਿਕਦਾ। 24 ਘੰਟੇ 8 ਪਹਿਰ ਨਿਰੰਤਰ ਉਹ ਪਾਣੀ ਪ੍ਰਵਾਹਿਤ ਰਹਿੰਦਾ ਹੈ। ਤੇ ਜੇ ਉਹਨੂੰ ਪੁੱਛੋ ਜੀ ਕਾਸ ਲਈ, ਉਹ ਕਹਿੰਦਾ ਮੈਂ ਆਪਣੇ ਸੋਮੇ ਸਮੁੰਦਰ ਵਿੱਚ ਮਿਲਣਾ ਹੈ। ਜਿਵੇਂ ਨਦੀਆਂ ਤੇ ਨਾਲਿਆਂ ਦਾ ਵੇਗ ਪਾਣੀ ਨੂੰ ਸਮੁੰਦਰ ਵਿੱਚ ਅਭੇਦ ਕਰ ਦਿੰਦਾ ਹੈ, ਤੂੰ 8 ਪਹਿਰ ਸਵਾਸ ਸਵਾਸ ਸਿਮਰਨ ਕਰੇਗਾ, ਤੇਰੀ ਸਿਫਤ ਦਾ ਵੇਗ ਤੈਨੂੰ ਰੱਬ ਵਿੱਚ ਅਭੇਦ ਕਰਦਾ ਹੈਗਾ। ਇਹ ਪਾਠ ਹੈ ਸਾ ਲਾਹੀ ਸਾ ਲਾਹੇ। ਇਹਦਾ ਅਰਥ ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰ। ਨਦੀਆਂ ਅਤੇ ਵਾਹ, ਯਾਦ ਰੱਖਿਓ ਤੇ ਹਾਏ ਦੇ ਥੱਲੇ ਔਂਕੜ ਨਹੀਂ ਪਈ, ਵਾਹੋ ਨਹੀਂ ਹੈਗਾ, ਵਾਹ। ਹਾਲਾਂਕਿ ਬਾਣੀ ਵਿੱਚ ਵਾਹ ਦਾ ਲਫ਼ਜ਼ੀ ਅਰਥ ਸ਼ਾਬਾਸ਼ ਵੀ ਹੈ, ਸ਼ਬਦ ਵਾਹੋ ਵੀ ਵਰਤਿਆ। ਨਾਨਕ ਦਾਸ ਕਹੋ ਗੁਰ ਵਾਹ, ਇਹ ਵਾਹ ਹੋਰ ਹੈ। ਉਸ ਵਾਹ ਦਾ ਅਰਥ ਸ਼ਾਬਾਸ਼। ਵਾਹ ਵਾਹ ਬਾਣੀ ਨਿਰੰਕਾਰ ਹੈ, ਉਹ ਇਹ ਵਾਹ ਨਹੀਂ ਜਿਹੜਾ ਜਪਜੀ ਸਾਹਿਬ ਵਿੱਚ ਇੱਥੇ ਹੈ। ਨਦੀਆਂ ਅਤੇ ਵਾਹ, ਵਾਹ ਦਾ ਅਰਥ ਹੈ ਵਾਹੜੇ, ਵਾਹੜੇ ਦਾ ਅਰਥ ਹੈ ਨਾਲੇ। ਜਿਵੇਂ ਨਦੀਆਂ ਅਤੇ ਨਾਲੇ ਹੜ੍ਹਾਂ ਦੇ ਦਿਨਾਂ ਵਿੱਚ ਭਰ ਕੇ ਸਮੁੰਦਰ ਵਿੱਚ ਚਲੇ ਜਾਂਦੇ ਆ, ਜਿਹੜਾ ਸਲਾਉਣ ਯੋਗ ਰੱਬ ਦੀ ਸਿਫਤ ਕਰਦਾ ਹੈ ਉਹਦੀ ਸੁਰਤ ਨਦੀ ਬਣ ਕੇ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੀ ਹੈ। ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਏ। ਇੱਥੋਂ ਅੱਗੇ ਪ੍ਰਕਰਨ ਬਦਲ ਜਾਏਗਾ ਜੀ, ਪਵੇਂ ਸਮੁੰਦ ਨਾ ਜਾਣੀਏ। ਬਸ ਇਹਦਾ ਉੱਤਰ ਹੈ ਕਿਉਂ ਵਡਿਆਈ ਕਰਨੀ ਹੈ। ਜੇ ਪੁੱਛੇ ਨਦੀ ਨੂੰ ਤੂੰ ਇੰਨਾ ਜ਼ਫਰ ਜਾਲ ਨਹੀਂ ਪਈਏ, ਇੰਨੀ ਤੇਜ਼ੀ ਨਾਲ ਕੋਈ ਤੇਰੇ ਸਾਹਮਣੇ ਆਏ, ਤੂੰ ਕਮਾਲ ਰੁਕਦੀ ਨਹੀਂ। ਉਂਝ ਵੈਸੇ ਸਾਡੇ ਇਹ ਗੁਰੂ ਸਾਹਿਬ ਨੇ ਜੀ, ਇਹ ਆਪ ਜੀ ਯਾਦ ਰੱਖੋ, ਇੱਕ ਬਾਣੀ 'ਚ ਪਾਠ ਹੁੰਦਾ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ। ਗੁਰੂ ਗ੍ਰੰਥ ਸਾਹਿਬ 'ਚ ਬਚਨ ਹੁੰਦਾ ਕਿ ਗੁਰੂ ਸਮੁੰਦਰ ਦੀ ਤਰ੍ਹਾਂ ਹੈ ਤੇ ਸਿੱਖ ਨਦੀ ਦੀ ਤਰ੍ਹਾਂ ਹੈ। ਸੱਚ ਇਹ ਵੇ ਸਮੁੰਦਰ ਦੇ ਪਾਣੀ ਤੇ ਨਦੀ ਦੇ ਪਾਣੀ ਦਾ ਅਸਲਾ ਇੱਕੋ ਹੈ। ਬਸ ਸਿੱਖ ਨੇ ਨਦੀ ਦੀ ਤਰ੍ਹਾਂ ਵਾਹ ਦਾ ਹੀ ਨਾ ਰਾਤ ਵੇਖਣੀ ਨਾ ਦਿਨ ਵੇਖਣਾ, ਇਹਨੇ ਗੁਰੂ ਵਾਲੇ ਪਾਸੇ ਤੁਰੇ ਹੀ ਜਾਣਾ ਹੈ। ਮਹਾਰਾਜ ਨੇ ਸ਼ਬਦ ਬਾਣੀ 'ਚ ਵਰਤਿਆ ਵੀ ਸਿੱਖ ਨਦੀ ਹੈ। ਇਹਨੂੰ ਮੈਂ ਸੁਰਤ ਅਰਥ ਕਰ ਲੱਗਾ ਇੱਥੇ। ਤੇ ਸ਼੍ਰੀਮਾਨ ਭਾਈ ਸਾਹਿਬ ਚਲੋ ਫਿਰ ਚੇਤੇ ਆ ਜਾਂਦੇ ਆ, ਅੱਛਾ ਬਲ ਉਹਨਾਂ ਦਾ। ਚਲੋ ਅਸੀਂ ਪੰਜਾਬੀ 'ਚ ਇੱਛਾ ਬਲ ਹੀ ਕਹਿੰਦੇ ਆ, ਪਰ ਕਸ਼ਮੀਰੀ ਤਾਂ ਉਹਨੂੰ ਅੱਛਾ ਬਲ ਕਹਿੰਦੇ ਆ। ਅਸੀਂ ਰਾਤ ਉੱਥੇ ਰਹੇ, ਖਾਲਸਾ ਜੀ ਨਾਲ ਸਨ, ਤੇ ਮੇਰਾ ਚਿੱਤ ਕੀਤਾ ਵੀ ਭਾਈ ਸਾਹਿਬ ਨੇ ਲਿਖਿਆ ਹੈ ਕਿ ਸਾਂਝ ਖੋਈ ਪਰਛਾਵੇਂ ਛਪ ਗਏ ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਦ ਕਹਿ ਰਹੀ ਹੈ ਉਵੇਂ ਤੇ ਚੱਲ ਟੁਰਨੋਂ ਵੀ ਨਹੀਂ ਖਾਰੀ, ਪੰਛੀ ਅਤੇ ਸੈਲਾਨੀ ਮਾਲੀ। ਉੱਥੇ ਉਹਨਾਂ ਦੇ ਜਦੋਂ ਵੀ ਸਾਰਾ ਜ਼ਿਕਰ ਕੀਤਾ, ਸਭ ਆਰਾਮ ਵਿੱਚ ਆਏ। ਉੱਥੇ ਅੰਦਰ ਹਰ ਚੀਜ਼ ਟਿਕ ਗਈ ਹੈ, ਪਰ ਇੱਛਾ ਬਲ ਜਾਰੀ ਸੀ। ਅਸੀਂ ਜਦੋਂ ਰਾਤ ਉਹਦੇ ਬਿਲਕੁਲ ਨਜ਼ਦੀਕ, ਅਸੀਂ ਇੱਕ ਹੱਟ 'ਚ ਰਹੇ, ਸਾਰੀ ਰਾਤ ਉਹਦੀ ਆਵਾਜ਼ ਕੰਨਾਂ 'ਚ ਪੈਂਦੀ ਸੀ। ਸਾਰੀ ਰਾਤ ਇੰਨੀ ਤੇਜ਼ ਆਵਾਜ਼ ਆਏ ਤੇ ਮੇਰੇ ਮਨ 'ਚ ਕਦੋਂ ਦਿਨ ਚੜੇ ਮੈਂ ਉਸ ਚਸ਼ਮੇ ਨੂੰ ਦੇਖਾਂ ਜਿਹਦਾ ਜ਼ਿਕਰ ਸੰਤ ਕਵੀ ਨੇ ਕੀਤਾ। ਇੰਨਾ ਤੇਜ਼ ਚੱਲੇ। ਉੱਥੇ ਫਿਰ ਭਾਈ ਸਾਹਿਬ ਦੇ ਮੈਨੂੰ ਬਚਨ ਚੇਤੇ ਆਏ ਕਿ ਕੁਦਰਤ ਟਿਕ ਗਈ ਸਾਰੀ। ਜਦੋਂ ਸਹਿਮ ਸਵਾਦਲਾ ਛਾ ਗਿਆ ਸਾਰੇ, ਕੁਦਰਤ ਟਿਕ ਗਈ ਸਾਰੀ। ਉੱਥੇ ਫਿਰ ਅੱਛਾ ਬਲ ਉੱਤਰ ਦਿੰਦਾ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਵਹਿੰਦੇ। ਉੱਥੇ ਸ਼ਬਦ ਵਰਤਿਆ ਕਿ ਜਿਵੇਂ ਇੱਛਾ ਬਲ ਕਹਿੰਦਾ ਹੈ, ਆਰਾਮ ਉਹ ਕਰਦੇ ਨੇ ਜਿਨ੍ਹਾਂ ਅੰਦਰ ਪਿਆਰੇ ਨੂੰ ਮਿਲਣ ਦੀ ਤੜਫ ਨਹੀਂ, ਜਿਨ੍ਹਾਂ ਅੰਦਰ ਖਿੱਚ ਪੈਦਾ ਹੋ ਜਾਏ ਉਹ ਕਿੱਥੇ ਆਰਾਮ ਕਰਦੇ।
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ। ਇੱਕੋ ਲੱਗਣ ਲੱਗੀ ਲਈ ਜਾਂਦੀ ਹੈ, ਟੋਰ ਅਨੰਤ ਉਹਨਾਂ ਦੀ। ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ। ਮੈਂ ਬੇਨਤੀ ਕਰਾਂਗਾ, ਆ ਜਿਹੜਾ ਬਚਨ ਹੈ ਨਾ ਕਿ ਪਵੇਂ ਸਮੁੰਦ ਨਾ ਜਾਣੀਏ, ਇਸ ਗੱਲ ਨੂੰ ਸੁਣਿਓ। ਮੈਂ ਕਿਉਂ ਸ਼ੁਰੂ ਕੀਤਾ? ਕਹਿਣ ਨਾ ਜਾਏ। ਕਹਿਣਾ ਹੈ ਪਰ ਮੁਕੰਮਲ ਕਹਿ ਨਹੀਂ ਸਕਾਂਗੇ। ਇੱਥੇ ਤੁਸੀਂ ਦੇਖੋ, ਨਦੀਆਂ ਅਤੇ ਵਾਹਾਂ, ਪਵੇਂ ਸਮੁੰਦ, ਅਭੇਦਤਾ ਹੋ ਗਈ। ਕਹਿਣ ਨਾ ਜਾਏ, ਉਹ ਅਗਲੀ ਆ ਦੋ ਤੁਕਾਂ ਅਰਥ ਕਰਨਗੀਆਂ। ਪਵੇਂ ਸਮੁੰਦ ਨਾ ਜਾਣੀਏ, ਸਮੁੰਦਰ ਵਿੱਚ ਕਹਿ ਕੇ ਅਭੇਦ ਖੋ ਜਾਏਗਾ। ਨਾ ਜਾਣੀਆਂ ਦਾ ਅਰਥ ਹੈ ਪਿੱਛੇ ਨਦੀਆਂ ਵਾਪਸ ਆ ਕੇ ਦੱਸਦੀਆਂ ਨਹੀਂ, ਲੋਕੋ ਜਿੱਥੇ ਮੈਂ ਅਭੇਦ ਹੋਈਆਂ ਕਿੰਨਾ ਕੁ ਵੱਡਾ ਹੈ, ਮਾਣ ਸਕਦੀ ਏ ਪਰ ਬਖਾਨ ਨਹੀਂ ਸਕਦੀ। ਮਹਾਰਾਜ ਨੇ ਪਹਿਲਾ ਇੱਥੇ ਬਚਨ ਕਿਹਾ ਕਿ ਵੱਡੇ ਦੀਆਂ ਵਡਿਆਈਆਂ ਕਰੋ। ਇੱਕ ਹੋਰ ਅਰਜ਼ ਆਪ ਜੀ ਨੂੰ ਕਰ ਜਾਵਾਂ। ਜਦੋਂ ਆਪਾਂ ਇਹ ਆਸਾ ਕੀ ਵਾਰ ਕਰ ਰਹੇ ਸਨ ਜੀ, ਇੱਕ ਮਹਾਰਾਜ ਜੀ ਦੀ ਪੌੜੀ ਆਈ, ਉਹ ਇਹਦੇ ਨਾਲ ਸੰਬੰਧਿਤ ਹੈ। ਉਹ ਗੱਲ ਹੋਰ ਖੋਲਦੀ ਸਾਡੀ ਕਿ ਮਹਾਰਾਜ ਕਹਿੰਦੇ ਆ ਦੋ ਚੀਜ਼ਾਂ ਨੇ ਜੀ, ਇੱਕ ਚੰਗਿਆਈ ਹੈ, ਇੱਕ ਬੁਰਿਆਈ ਹੈ। ਇਹ ਕੁਦਰਤ ਦਾ ਨੇਮ ਹੈ ਜੀ, ਇਹ ਸਦਾ ਤੋਂ ਹੈ ਤੇ ਅਗਾਂ ਵੀ ਰਹਿਣਾ। ਤੇ ਚੋਖਾ ਕਲਪਨ ਦੀ ਲੋੜ ਵੀ ਨਹੀਂ। ਮੈਂ ਸ਼ਬਦ ਵਰਤਿਆ ਚੋਖਾ, ਇਹ ਵੀ ਬੜਾ ਪੁਰਾਣਾ ਸ਼ਬਦ ਹੈ। ਚੋਖਾ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਲੱਗਣਾ, ਜ਼ਿਆਦਾ ਬਹੁਤਾ। ਦੇਖੋ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ ਕਿ ਉਸ ਦੀ ਜਿਹੜੀ ਸਿਫਤ ਹੈ, ਚੰਗਿਆਈ ਤੇ ਬੁਰਿਆਈ ਦੋ ਚੀਜ਼ ਹੈ। ਇਉਂ ਕਹਿ ਲੋ, ਇੱਕ ਵਡਿਆਈ ਹੈ, ਇੱਕ ਬੁਰਿਆਈ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਰੱਬ ਨੂੰ ਵੱਡਾ ਕਹੇ, ਗੁਰੂ ਨੂੰ ਵੱਡਾ ਕਹੇ। ਸੱਚ ਇਹ ਵੇ, ਜਿੰਨਾ ਪਰਮਾਤਮਾ ਦੀ ਵਡਿਆਈ ਕਰੇਗਾ ਨਾ, ਉਹਨਾਂ ਤੈਨੂੰ ਫਾਇਦਾ ਹੋਣਾ, ਓਨੀ ਤੇਰੀ ਬੁਰਿਆਈ ਨਾਲ ਸੜੀ ਜਾਣੀ ਹੈ। ਜਿਹੜਾ ਵਡਿਆਈਆਂ ਕਰੇਗਾ ਉਹਦੀਆਂ ਬੁਰਿਆਈਆਂ ਨਹੀਂ ਰਹਿਣੀਆਂ। ਇਹ ਪਾਠ ਹੈ ਕਿ ਸਤਿਗੁਰ ਵੱਡਾ ਕਰ ਸਾਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀ ਆਈਆਂ। ਹੁਣ ਉਹ ਜਿਹੜੀਆਂ ਨਦਰੀ ਆਈਆਂ ਨੇ ਉਹ ਬਾਹਰ ਨਿਕਲੀਆਂ। ਮਹਾਰਾਜ ਕਹਿੰਦੇ ਨੇ ਜਦੋਂ ਵਡਿਆਈ ਕਰੇਗਾ, ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਇਹ ਵਡਿਆਈ ਮਨ 'ਚ ਜਾਏਗੀ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਗੁਰਮੁਖੋ, ਜਿੱਥੇ ਵੱਡੇ ਕੀਆਂ ਵਡਿਆਈਆਂ ਨੇ, ਉੱਥੇ ਮਾੜੇ ਕੀਆਂ ਬੁਰਿਆਈਆਂ ਦਾ ਖਾਤਮਾ ਹੋ ਜਾਣਾ ਹੈ। ਮਹਾਰਾਜ ਕਹਿੰਦੇ ਆ ਵੱਡੇ ਕੀਆਂ ਵਡਿਆਈਆਂ। ਹੁਣ ਅਗਲੀ ਗੱਲ, ਉਹਦੀ ਵਡਿਆਈ ਕੀ ਹੈ ਜੀ? ਹਾਲਾਂਕਿ ਬੜੇ ਸ਼ਬਦ ਅਸੀਂ ਅੱਗੇ ਦੇਖਾਂਗੇ। ਮਹਾਰਾਜ ਦਾ ਇੱਕ ਸ਼ਲੋਕ ਪੜੋ, ਇਹ ਦੂਜੀ ਪੌੜੀ ਨਾਲ ਆਉਂਦਾ ਹੈ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਸ਼ਚਲ ਤਾਉ, ਵੱਡੀ ਵਡਿਆਈ ਜਾਣੈ ਆਲਾਓ, ਵੱਡੀ ਵਡਿਆਈ ਬੁਝੈ ਸਭ ਭਾਓ। ਦੇਖੋ ਹੁਣ ਮੇਰੀ ਇੱਕ ਬੇਨਤੀ, ਸਿਰਫ ਇਹ ਦੋ ਤਿੰਨ ਤੁਕਾ ਲੈ ਲਓ, ਇੱਥੋਂ ਹੀ ਮਹਾਰਾਜ ਕਹਿੰਦੇ ਆ ਵਡਿਆਈ ਕਰ। ਸਭ ਤੋਂ ਪਹਿਲੀ ਗੱਲ, ਵੱਡੀ ਵਡਿਆਈ, ਉਸ ਦੀ ਵਡਿਆਈ ਇਸ ਕਰਕੇ ਵੱਡੀ ਹੈ ਜਾਂ ਵੱਡਾ ਨਾਉ, ਕਿਉਂਕਿ ਉਸ ਦਾ ਆਪਣਾ ਜਿਹੜਾ ਨਾਮ ਹੈ ਉਹ ਸਭ ਤੋਂ ਵੱਡਾ ਹੈ। ਪਿਆਰਿਓ ਯਾਦ ਰੱਖਿਓ ਕਿ ਰੱਬ ਦੀ ਸਭ ਤੋਂ ਵੱਡੀ ਵਡਿਆਈ ਇਹ ਵੇ ਕਿਉਂਕਿ ਉਹਦਾ ਨਾਮ ਬੜਾ ਵੱਡਾ ਹੈ। ਇਸ ਨੂੰ ਥੋੜਾ ਜਿਹਾ ਸਮਝਣ ਲਈ ਮੇਰੀ ਬੇਨਤੀ ਹੈ ਜੀ। ਹੁਣ ਕੋਈ ਬੰਦਾ ਹੈ ਜੀ, ਅਸੀਂ ਕਹਾਂਗੇ ਫਲਾਣਾ ਬੰਦਾ ਬੜਾ ਨਾਮੀ, ਇਹ ਕਹਿੰਦੇ ਨਾ ਬੜਾ ਵੱਡਾ ਬੰਦਾ ਜੇ। ਯਾਦ ਰੱਖਿਓ ਜਿੰਨਾ ਮਰਜੀ ਵੱਡਾ ਹੋ ਜਾਏ, ਉਹਦੇ ਨਾਮ ਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ। ਦੁਨਿਆਵੀ ਬੰਦਾ ਮੈਂ ਕਹਿ ਰਿਹਾ। ਕਦੀ ਤੁਸੀਂ ਦੇਖੋ, ਆਇਆ ਗਿਆ ਮੁਇਆ ਨਾਉ, ਆ ਸੁਣੋ ਫਿਰ, ਆਇਆ ਗਿਆ ਮੁਇਆ ਨਾਉ, ਪਿੱਛੇ ਪੱਤਲ ਸੱਦਿਓ ਕਾਮ। ਬੰਦਾ ਆਇਆ, ਜਨਮ ਹੋਇਆ, ਮਾਪਿਆਂ ਨੇ ਨਾਮ ਰੱਖਿਆ, ਜਿੱਦਣ ਮਰਿਆ ਤੇ ਮਰਨ ਤੋਂ ਬਾਅਦ ਉਹਦਾ ਨਾਮ ਵੀ ਮਰ ਗਿਆ। ਤੇ ਆਪਾਂ ਦੂਰ ਨਾ ਜਾਈਏ ਆਪਣੇ ਖੂਨ ਦੇ ਰਿਸ਼ਤੇ 'ਚ। ਮੈਂ ਕਈ ਵਾਰੀ ਕਹਿਣਾ ਕਿ 3 ਪੀੜ੍ਹੀਆਂ ਕਹਿ ਲਓ, ਜ਼ਿਆਦਾ ਤਾਂ ਨਹੀਂ, 3 ਪੀੜ੍ਹੀਆਂ ਪਿੱਛੇ ਚੱਲੇ ਜਾਓ, ਪੁੱਛੋ ਵੀ ਤੇਰੇ ਦਾਦੇ ਦੇ ਦਾਦੇ ਦਾ ਨਾਮ ਕੀ ਸੀ। ਜਾਇਦਾਦ ਵੀ ਉਹਨਾਂ ਦੀ ਵਰਤਨੇ ਆ, ਖੂਨ ਵੀ ਉਹਨਾਂ ਦਾ ਸਾਡੇ ਵਿੱਚ, ਪਰ ਆਪਾਂ ਨੂੰ ਚੇਤੇ ਵੀ ਜੀ ਕਹਿੰਦੇ ਹੋਣਾ, ਪਰ ਨਾ ਭੁੱਲ ਗਿਆ। ਕਿਉਂਕਿ ਉਹ ਆਏ ਸਨ, ਚਲੇ ਗਏ, ਨਾ ਮਰ ਗਿਆ।
ਗੁਰੂ ਸਾਹਿਬ ਕਹਿੰਦੇ ਤੇਰੀ ਸਭ ਤੋਂ ਵੱਡੀ ਇਹ ਵਡਿਆਈ ਹੈ ਕਿ ਦੁਨੀਆ ਵਿੱਚ ਹਰ ਚੀਜ਼ ਫਨਾ ਹੋ ਜਾਏਗੀ, ਪਰ ਤੇਰੇ ਨਾਮ ਨੇ ਕਦੀ ਵੀ ਮਰਨਾ ਨਹੀਂ। ਤੇਰਾ ਨਾਮ ਸਭ ਤੋਂ ਵੱਡਾ ਹੈ। ਅਗਲੀ ਗੱਲ, ਇਹਦਾ ਜ਼ਿਕਰ ਮਹਾਰਾਜ ਨੇ ਇਹ ਜਪਜੀ ਸਾਹਿਬ ਚ ਕੀਤਾ। ਵੱਡਾ ਸਾਹਿਬ, ਉੱਚਾ ਥਾਂ, ਉੱਚੇ ਉੱਪਰ, ਇਹ ਉਹਦੀ ਵਡਿਆਈ ਹੈ। ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਉਹਦਾ ਨਾਮ ਜਿਹੜਾ ਹੈ ਉਸ ਤੋਂ ਵੀ ਵੱਡਾ, ਚਲੋ ਮੈਂ ਸ਼ਬਦ ਵਰਤ ਰਿਹਾ, ਭਾਵੇਂ ਕੁਝ ਸਾਡੇ ਵਿਦਵਾਨ ਇਸ ਦੇ ਅਰਥ ਹੀ ਕਰਦੇ ਆ ਕਿ ਨਾਮ ਤੁਲ ਕੋਈ ਚੀਜ਼ ਵੀ ਨਹੀਂ, ਜਾਂ ਉਹਦੀ ਕੀਰਤ ਸਭ ਤੋਂ ਵੱਡੀ ਹੈ। ਮੈਂ ਬੇਨਤੀ ਕਰਾਂ ਕਿ ਕਿਉਂ ਕਿਆ ਨਾਮ ਉਹਦੇ ਤੋਂ ਵੱਡਾ? ਉਹਦੀ ਖੂਨ ਤਾਂ ਹੈ, ਪਰ ਜਦੋਂ ਆਪਾਂ ਨਾਮ ਨਾਲ ਜੁੜਨੇ ਆ, ਨਾਮ 'ਚ ਇੰਨੀ ਕੁ ਤਾਕਤ ਹੈ ਗੁਰਮਖੋ, ਜਿਹੜਾ ਨਾਮ 'ਚ ਭਿੱਜ ਜਾਂਦਾ ਹੈ। ਸੱਚ ਇਹ ਵੇ ਰੱਬ ਨਾ ਵਿਦਿਆ ਨਾਲ, ਨਾ ਅਕਲ ਨਾਲ, ਨਾ ਸਿਆਣਪ ਨਾਲ, ਨਾ ਪੈਸੇ ਨਾਲ, ਨਾ ਜ਼ੋਰ ਨਾਲ, ਕਿਸੇ ਤਰੀਕੇ ਨਾਲ ਉਹ ਵਸ ਨਹੀਂ ਹੁੰਦਾ। ਪਰ ਨਾਮ ਇਸ ਕਰਕੇ ਵੱਡਾ ਹੈ, ਨਾਮ ਜਪਣ ਵਾਲੇ ਦੇ ਵਸ ਪਰਮਾਤਮਾ ਵੀ ਹੋ ਜਾਂਦਾ ਹੈ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਨ ਤੇਰਾ। ਸਭ ਤੋਂ ਪਹਿਲੀ ਉਹਦੀ ਵਡਿਆਈ ਇਹ ਵੇ ਜੀ, ਉਹਦਾ ਆਪਣਾ ਨਾਮ ਬੜਾ ਵੱਡਾ ਹੈ। ਇੰਨਾ ਵੱਡਾ ਨਾਮ ਹੈ ਜੀ, ਉਹਦੀ ਪਾਰਾਵਾਰੀ ਕੋਈ ਨਹੀਂ। ਵੱਡੀ ਵਡਿਆਈ ਜਾਂ ਵੱਡਾ ਨਾਉ, ਮਹਾਰਾਜ ਕਹਿੰਦੇ ਆ ਦੂਜੀ ਵਡਿਆਈ ਇਸ ਕਰਕੇ ਕਰਨੀ ਹੈ, ਵੱਡੀ ਵਡਿਆਈ ਜਾਂ ਸੱਚ ਨਿਆਉ। ਤੇਰੀ ਵਡਿਆਈ ਇਸ ਕਰਕੇ ਵੱਡੀ ਹੈ ਪਰਮਾਤਮਾ, ਤੇਰੇ ਇਨਸਾਫ ਦੇ ਵਿੱਚ ਧੱਕਾ ਨਹੀਂ ਹੁੰਦਾ। ਤੂੰ ਸੱਚੋ ਹੀ ਸੱਚ ਨਿਬੜੇ ਦੀ ਬਖਸ਼ਿਸ਼ ਕਰਨਾ, ਔੜਕ ਸੱਚ ਰਹੀ ਦੀ ਕਿਰਪਾ ਕਰਨਾ ਹੈ। ਤੇਰਾ ਇਨਸਾਫ ਬੜੇ ਕਮਾਲ ਦਾ ਹੈ। ਅਗਲਾ ਬਚਨ, ਵੱਡੀ ਵਡਿਆਈ ਜਾਂ ਨੇਚਲ ਥਾਉ, ਤੂੰ ਇਸ ਕਰਕੇ ਵੱਡਾ ਹੈ, ਤੇਰੇ ਟਿਕਾਣੇ ਨੂੰ ਕੋਈ ਤਬਾਹ ਨਹੀਂ ਕਰ ਸਕਦਾ। ਇਹ ਦੇਖੋ ਸਿਫਤ ਕਰਨ ਦੇ ਤਰੀਕੇ ਨੇ, ਅਸੀਂ ਪੜ੍ਹ ਕੇ ਆਏ ਸਾਰੇ ਪਿੱਛੇ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨੇਚਲ ਥਾਉ, ਵੱਡੀ ਵਡਿਆਈ ਜਾਣੇ ਆਲਾਓ। ਤੇਰੀ ਇਹਦੇ ਚ ਵੱਡੀ ਵਡਿਆਈ ਹੈ। ਅਰਬਾਂ ਬੰਦੇ ਇੱਕੋ ਵੇਲੇ ਬੋਲ ਕੇ ਕਹਿੰਦੇ ਨੇ ਪਰਮਾਤਮਾ ਆਹ ਕਰ, ਆਹ ਕਰ। ਕਹਿੰਦੇ ਨੇ ਮੈਂ ਤੈਨੂੰ ਕਿਉਂ ਨਾ ਵੱਡਾ ਕਹਾਂ। ਇੱਥੇ ਇੱਕ ਬੰਦਾ ਇੱਕ ਦੀ ਗੱਲ ਸੁਣਦਾ ਹੈ, ਤੂੰ ਇਕੱਲਾ ਹੀ ਅਣਗਿਣਤ ਬ੍ਰਹਮੰਡਾਂ ਦੀਆਂ ਆਵਾਜ਼ਾਂ ਪਿਆ ਸੁਣਨਾ ਹੈ। ਜਾਣੇ ਅਲਾਓ, ਅਲਾਓ ਦਾ ਅਰਥ ਬੋਲਣਾ। ਜੋ ਕੁਝ ਅਸੀਂ ਬੋਲ ਰਹੇ ਹਾਂ ਕੱਲੀ ਸਾਡੀ ਥੋੜਾ ਸੁਣ ਰਿਹਾ, ਉਹ ਸਾਰੀ ਕਾਇਨਾਤ ਦੀ ਸੁਣਦਾ ਹੈ। ਇਸ ਕਰਕੇ ਤੂੰ ਵੱਡਾ ਹੈ, ਤੇਰਾ ਕੰਨ ਸਭ ਨੂੰ ਸੁਣਦਾ ਪਿਆ ਹੈ। ਵੱਡੀ ਵਡਿਆਈ ਜਾਣੇ ਆਲਾਓ, ਵੱਡੀ ਵਡਿਆਈ ਬੁੱਝੈ ਸਭ ਭਾਓ। ਅਸੀਂ ਜੋ ਮਰਜ਼ੀ ਕਰੀ ਜਾਈਏ, ਤੇਰੀ ਇਹ ਵੀ ਵੱਡੀ ਵਡਿਆਈ ਹੈ, ਤੂੰ ਸਭ ਦੇ ਅੰਦਰ ਦੀ ਭਾਵਨਾ ਜਾਣਦਾ, ਕਿਹੜਾ ਬੰਦਾ ਕਿਹੜੀ ਨੀਅਤ ਨਾਲ ਬੈਠਾ ਹੈ। ਮਹਾਰਾਜ ਨੇ ਇਹ ਸ਼ਬਦ ਵੱਡੇ। ਦੇਖੋ ਇੱਕ ਹੋਰ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਤੇਰੀ ਇਹ ਵੀ ਇੱਕ ਵਡਿਆਈ ਹੈ ਕਿ ਜਦੋਂ ਕਿਸੇ ਨੂੰ ਦਾਤ ਦੇਣ ਲੱਗਣਾ, ਕਦੀ ਮੀਟਿੰਗ ਨਹੀਂ ਤੂੰ ਕਰਦਾ। ਇਹਨੂੰ ਸੁਣਿਓ। ਮੰਨ ਲਓ ਪ੍ਰਮਾਤਮਾ ਕਿਸੇ ਨੂੰ ਸੰਤਾਨ, ਧਨ ਦੌਲਤ, ਕੋਈ ਚੀਜ਼ ਦਿੰਦਾ ਹੈ। ਰੱਬ ਦਾ ਕੋਈ ਮਹਿਕਮਾ ਨਹੀਂ ਜਿਹੜੇ ਸਲਾਹਗੀਰ ਹੋਣ। ਮੈਂ ਇੱਕ ਦਿਨ ਮੰਜੀ ਸਾਹਿਬ ਕਥਾ ਕਰਦਿਆਂ ਕਿਹਾ ਸੀ ਜੀ, ਜਿਹੜਾ ਆਪ ਜੀ ਇਹ ਸ਼ਬਦ ਪੜ੍ਹਦੇ ਹੋ ਨਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਇਹ ਵੀ ਪੜ੍ਹਦੇ ਆ। ਦਾਨ ਮਤ ਪੂਰਾ ਹੈ, ਇਹਦੇ ਅਰਥ ਨੇ ਕੋਈ, ਜਿਵੇਂ ਹਮ ਭੇਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਆਹ ਵਡਿਆਈ ਹੈ ਜੀ। ਨਿਜ ਪਤ ਕੀ ਹੈ? ਉਂਝ ਵੈਸੇ ਲਫ਼ਜ਼ੀ ਅਰਥ ਨੇ, ਨਿਜ ਦਾ ਅਰਥ ਹੈ ਆਪਣਾ, ਪਤ ਦਾ ਅਰਥ ਵੈਸੇ ਪਤੀ ਵੀ ਹੁੰਦਾ, ਪਤ ਦਾ ਅਰਥ ਮਾਲਿਕ ਹੈ। ਆਪਣਾ ਮਾਲਕ ਤੂੰ ਆਪ ਹੈ। ਗੁਰੂ ਅਮਰਦਾਸ ਨੇ ਬੇਨਤੀ ਦਾ ਸ਼ਬਦ ਕਿਹਾ, ਸੋਠ ਰਾਗ ਦਾ ਸ਼ਬਦ ਕਹਿੰਦੇ ਪਰਮਾਤਮਾ ਅਸੀਂ ਭਿਖਾਰੀ ਹਾਂ, ਤੂੰ ਆਪਣਾ ਮਾਲਕ ਆਪ ਹੈ। ਇਹ ਕਿਉਂ ਕਿਹਾ? ਅੱਜ ਕੋਈ ਵੀ ਕੰਮ ਕਰੋ, ਮੰਨ ਲਓ ਇਸ ਗੁਰਦੁਆਰੇ ਦੀ ਪ੍ਰਬੰਧ ਹੈ, ਤੁਸੀਂ ਕੋਈ ਵੀ ਕੰਮ ਕਰੋਗੇ, ਤੁਹਾਡੇ ਹਰ ਅਹੁਦੇਦਾਰ ਦੇ ਇਹ ਸੀਮਾ ਹੈ ਕੋਈ, ਵੀ ਜੋ ਕੰਮ ਕਰੇਗਾ ਬਾਕੀ ਪ੍ਰਬੰਧਕ ਵੀਰਾਂ ਨੂੰ ਪੁੱਛੇਗਾ ਆਹ ਕੰਮ ਕਰਾਂ ਕਿ ਨਾ। ਈਵਨ ਕਿ ਮੁਲਕਾਂ ਦਾ ਸਿਸਟਮ ਹੀ ਇਹ ਵੇ, ਪ੍ਰੈਜ਼ੀਡੈਂਟ ਭਾਵੇਂ ਅਮਰੀਕਾ ਦਾ ਵੀ ਹੋਵੇ, ਜਿੰਨਾ ਮਰਜ਼ੀ ਕਰੀ ਜਾਏ ਉਹਨੂੰ ਵੀ ਆਪਣੇ ਸਾਥੀਆਂ ਤੋਂ ਪੁੱਛਣਾ ਹੀ ਪੈਂਦਾ ਹੈ। ਕਹਿਣ ਲੱਗੇ ਇੱਥੇ ਦੁਨੀਆ 'ਚ ਕੋਈ ਕਿਸੇ ਨੂੰ ਦਿੰਦਾ ਹੈ, ਸਲਾਹਾਂ ਕਰਕੇ ਦੇ ਸਕਦਾ ਹੈ, ਪਰ ਤੂੰ ਐਸਾ ਆਪਣਾ ਮਾਲਕ ਆਪ ਹੈ, ਜਿਹੜੇ ਤੂੰ ਫੈਸਲੇ ਲੈ ਲੈ, ਕਿਸੇ ਦੀ ਤਾਕਤ ਹੀ ਨਹੀਂ ਤੇਰੇ ਫੈਸਲੇ ਨੂੰ ਚੈਲੰਜ ਕਰ ਸਕੇ। ਕਿਉਂਕਿ ਬਿਓ ਪੂਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਤੂੰ ਕਿਸੇ ਦੀ ਸਲਾਹ ਨਹੀਂ ਲੈਂਦਾ।
ये भी तेरी एक वडियाई है। तू पुछ के दात नहीं देंदा। महाराज कहते ने भाई सज्जनों कि वड्डे कियां वडियाइयां किछ कहना कहन न जाए, वड्डे दियां वड्डियां वडियाइयां ने, इनू कहना है कह के लीन होना है, कहन ना जाए उन्हों मुकम्मल बयान नहीं कर सकते। महाराज फिर सानू थोड़ा जा इशारा दे जाओ ना भी केड़ियां वडियाइयां। सतगुरु कहते सुन अगे, सो करता आ वडियाई है। करता वो सब नू बनाउण वाला है, कादर वो सब कुछ करन दे समर्थ है, करीम वो बख्शिश करने वाला। आ वडियाइयां ने ओदियां। वो करता है, वो सरबग है, वो बख्शिंद है, दयालु है, दे जियां रिजक संभाए, वो जीवां नू रिजक देंदा है, संभालदा है। ये ओदी सब तो वड्डी वडियाई है। सब कुछ बनाउण वाला है, समर्थ है, जीवां नू रिजक देंदा प्यारिया, ये ओदी वडियाई है। हुण इस तुक नू तुसीं पहली पौड़ी च लै जाओ। मैं रात भी कहा सी पहली पौड़ी ते अंतली पौड़ी मिला के देखो, उत्थे भी वडियाई दी गल कीती जी। आपी ने आप साजियो, आपी ने रचियो नाउ, ना वडियाई है जी। हुण इत्थे शब्द आ गया वड्डे कियां वडियाइयां। पहली पौड़ी च इशारा देगा भी वडियाई केड़ी। आपी ने आप साजियो। दास ने दी कथा करदियां क्या सी, आपी ने आप साजियो दा अर्थ ये नहीं कि साजन तो पहला है ही नहीं सी। सुनियो, जे आ कहांगे आपी नू आप तू जन्म दिता, ते जे जन्म कहांगे तो मौत बनेगी। इत्थे साजियो दा लफ्जी अर्थ है जी जेड़ा सुन विच सी, निर्गुण सी, जदों ओने अपने आप नू सफुर तो अफुर तो सफुर कीता, निराकार तो साकार कीता, तेनू किसे ने फैलाया नहीं। तू अपनी रचना नू अपनी मौज दे विच ही सिरजना पिया है। जिन्हों महाराज ने कहा जब उदकर करा करतारा, परजा धरत तब दे अपारा। जिन्हों क्या कीता पसाओ एको कवाओ, तिसते हुए लख दरियाओ। आपी ने आप साजियो, तू अपने आप नू सफुर कीता। ते किवें कीता? आपी ने रचियो नाउ, तेनू किसी ने बंदिश नहीं पाई, तू अपना नाम आप ही पैदा किया है। आपी ने आप साजियो, आपी ने रचियो नाउ, तू करता है ना, इस करके दुई कुदरत साजी है। फिर सुनियो, एक आपी ने, दूजा दुई कुदरत, ते तुहानू पता है विच शब्द की वरत्या नाउ। दुई कुदरत दा अर्थ संसार, माया शब्द वरत लिए पर संसार वरतांगे सौखे अर्थ ने। एक पासे निरंकार है, दूजे पासे संसार है। संसार ते निरंकार नू जोड़न वाला जिहड़ा सेतु है, ओनू गुरु जी ने नाम किया है कि नाम करके है। आपी ने आप साजियो, आपी ने रचियो नाउ, दुई कुदरत साजी है। इस करके तेरी वडियाई करना, कर आसन डिठो चाहो। तू इन्ना खलारा खा पा के भी कदी कल्पदा नहीं देखा, ये तेरी वडियाई ने। सुनो, कर आसन डिठो, आसन दा अर्थ हुंदा बहना, आसन लाना। इत्थे महाराज ने शब्द चाओ वरते है। बंदे दा काम बहुत वज है ना, सच्ची लो असी सारे जेड़े जीव हाँ कल पैने नहीं हो नहीं मेरे तो हुंदा, मैं नहीं कर सकदा। इत्थों तक कि नियाणियां नूं वेले बैठिया खवाई जाओ, तो एक दिन फिर बंदा सीधा होके कहंदा अपना प्रबंध करो, जो कुछ मेरे कोल सी आ संभो, मैं हुण तुहाडा बोझ नहीं जी चुक सकदा। कलप जांदा है ना। तो कई बारी कहंदा कलप के मेरा खैड़ा छड्डो, तुसीं घर जो मर्जी लेना, मैं नहीं तुहाडे दखल देना। मैं कहना बंदिया अपनी गल करना, चार जियां दा भार सांभण लई बस हो जाती है। बाबा जी कहंदे आ तेरी वडियाई है, पता नहीं किन्ने कू पैदा कीते नहीं ते सब नू पालना पिया, कदी खिजदे ही कोई नहीं। कर आसन डिठो चाओ, चाओ दर ते चाह उत्साह उमा, तू सब कुछ पैदा किया, सारियां विच बह गया, किते तेनू देखे ही नहीं, तू मजबूर दिसे, तू हर थां ते चाओ दे नाल अपनी कार पिया चलाना। ये तेरी वडियाई है। कर आसन डिठो चाओ। मैं क्यों तुक लई जी? अगली तुक पढ़ो, दाता करता आप तू। जिन्हों महाराज ने अखीर च क्या, महाराज कहंदे आ कि सो करता कादर करीम दे जियां रिजक संभाए। उथे क्या दाता करता आप तू, तुस देवे करें पसाओ। परमात्मा दाता भी तू है, करता भी तू है, ते जीवां नू तू त्रुट त्रुट के दाता देना। ये तेरी वडियाई है। महाराज कहते सो करता कादर करीम
ਦੇ ਜੀਆਂ ਰਿਜ਼ਕ ਸੰਭਾਹੇ। ਉਹ ਕਰਤਾ ਹੈ, ਬਣਾਉਣ ਵਾਲਾ ਹੈ, ਉਹ ਸਰਬੱਗ ਹੈ, ਉਹ ਬੜਾ ਬਖਸ਼ਿੰਦ ਹੈ ਤੇ ਜੀਵਾਂ ਨੂੰ ਰਿਜ਼ਕ ਦਿੰਦਾ ਪਿਆ ਹੈ। ਉੱਥੇ ਲਫ਼ਜ਼ ਸੁਣਿਓ, ਮੈਂ ਅੱਜ ਸਾਖੀ ਨਹੀਂ ਕੋਈ ਲਈ, ਮੈਂ ਚੱਲ ਸੁਣਾ ਜ਼ਰੂਰ ਦਿਆਂਗਾ। ਮੇਰੀ ਇੱਛਾ ਹੁੰਦੀ ਹੈ ਵੀ ਜਿਹੜੀ ਗੱਲ ਆਪਾਂ ਸ਼ਬਦ ਦੀ ਕਰ ਰਹੇ ਸ਼ਬਦ 'ਚ ਡੁੱਬੀਏ। ਦੇਖੋ ਉੱਥੇ ਸ਼ਬਦ ਮਹਾਰਾਜ ਨੇ ਨਾ ਇਹ ਕਰਤਾ ਬਾਅਦ 'ਚ ਵਰਤਿਆ, ਪਹਿਲਾਂ ਦਾਤਾ ਵਰਤਿਆ ਜੀ। ਇਹਦੇ 'ਚ ਵੀ ਭੇਦ ਰੱਖਿਆ ਮਹਾਰਾਜ ਨੇ, ਇਹ 'ਚ ਰਮਜ ਰੱਖੀ। ਇੱਥੇ ਚਲੋ ਅਖੀਰ ਤੇ ਆ ਗਏ, ਸੋ ਕਰਤਾ ਕਾਦਰ ਕਰੀਮ ਦੇ ਰਿਜਾਂ ਦੀਆਂ ਜੀਆਂ ਰਿਜ਼ਕ ਸੰਭਾਹੇ। ਪਰ ਉੱਥੇ ਸ਼ਬਦ ਵਰਤਿਆ ਦਾਤਾ ਕਰਤਾ ਆਪ ਤੂੰ, ਕਰਤਾ ਦਾਤਾ ਨਹੀਂ ਵਰਤਿਆ। ਦਾਤਾ ਕਰਤਾ ਹੈ, ਕਰਤਾ ਦਾਤਾ ਨਹੀਂ। ਇਹਦੇ ਵਿੱਚ ਇੱਕ ਰਮਜ ਮਹਾਰਾਜ ਜੀ ਨੇ ਰੱਖੀ। ਕਹਿੰਦੇ ਉਹ ਇੰਨਾ ਪ੍ਰੇਮ ਦਾ ਇਹ ਸਮੁੰਦਰ ਹੈ ਨਾ, ਉਹ ਜਿਹਨੂੰ ਕਰਦਾ ਹੈ ਨਾ ਉਹਦਾ ਪਹਿਲਾਂ ਦਾਤਾ ਬਣ ਜਾਂਦਾ ਹੈ। ਜੀਵ ਨੂੰ ਬਾਅਦ ਵਿੱਚ ਪੈਦਾ ਕਰਦਾ, ਰੋਜ਼ੀ ਦਾ ਪ੍ਰਬੰਧ ਪਹਿਲਾਂ ਕਰ ਦਿੰਦਾ ਹੈ, ਕਿਉਂਕਿ ਉਹ ਦਾਤਾ ਪਹਿਲਾਂ ਹੈ, ਕਰਤਾ ਬਾਅਦ ਵਿੱਚ ਹੈ। ਜਿਹਨੂੰ ਅਸੀਂ ਇੱਕ ਦਿਨ ਪਾਠ ਕੀਤਾ ਸੀ ਕਿ ਪ੍ਰਥਮ ਹੈ ਮਾਖਣ, ਪਾਛੈ ਦੂਧ, ਮੈਲੋ ਕੀਨੋ ਸਾਬਨ ਸੂਧ। ਤੇ ਮੈਂ ਅਰਥ ਕਰਦਿਆਂ ਕਿਹਾ ਸੀ ਅੱਜ ਤੱਕ ਬਾਹਰ ਮੁਖੀ ਦੁੱਧ ਨੂੰ ਜਾਗ ਲਾ ਕੇ ਰਿੜਕ ਕੇ ਦਹੀਂ ਮੱਖਣ ਨਿਕਲਦਾ ਦੇਖਿਆ, ਪਰ ਦੁਨੀਆ 'ਚ ਕਿਤੇ ਨਹੀਂ ਦੇਖਿਆ। ਇਹ ਕਹਿੰਦੇ ਹੁਣ ਮੱਖਣ ਲੈ ਆਓ, ਪਗਲਾ ਕੇ ਘਿਓ ਆਪਣਾ ਦੁੱਧ ਵਿੱਚੋਂ ਹੀ ਕੱਢ ਲਾਂਗੇ। ਪਹਿਲਾਂ ਦੁੱਧ ਹੁੰਦਾ, ਪਹਿਲਾਂ ਮੱਖਣ ਨਹੀਂ ਬਣਦਾ, ਮੱਖਣ ਬਾਅਦ ਵਿੱਚ ਹੈ। ਪਰ ਇੱਥੇ ਦਾਤੇ ਨੇ ਕਿਹਾ ਪ੍ਰਥਮ ਹੈ ਮਾਖਣ ਪਾਛੈ ਦੂਧ। ਇਹਦਾ ਅਰਥ ਸੀ ਪਰਮਾਤਮਾ ਅਜੇ ਜੀਵ ਪੈਦਾ ਨਹੀਂ ਹੋਇਆ। ਮੈਂ ਇਕੱਲੇ ਮਨੁੱਖ ਦੀ ਗੱਲ ਨਹੀਂ ਕਰਾਂਗਾ, ਜਿਨ੍ਹਾਂ ਨੇ ਮੱਝਾਂ ਗਾਵਾਂ ਰੱਖੀਆਂ ਨੇ, ਬਜ਼ੁਰਗਾਂ ਨੇ ਕਦੀ ਕੀਤਾ ਹੋਵੇ ਕੰਮ, ਉਹਨਾਂ ਨੂੰ ਪਤਾ ਹੋਣਾ ਹੈ। ਚਲੋ ਮੈਂ ਪਸ਼ੂ ਦੀ ਉਦਾਹਰਨ ਲੈ ਲੈਣਾ। ਜਦੋਂ ਮੱਝ ਜਾਂ ਗਾਂ ਸੂੰਦੀ ਹੈ, ਸੂੰਦੀ ਕਹਿੰਦੇ ਸਨ ਨਾ, ਉਹਦੀਆਂ ਪਹਿਲੀਆਂ ਜਿਹੜੀਆਂ ਧਾਰਾਂ ਕੱਢਦਾ ਕੋਈ, ਉਹਦੀ ਬੌਲੀ ਬਣਾਉਂਦੇ ਸਾਂ। ਬੌਲੀ ਲਫ਼ਜ਼ ਸਮਝ ਹੋਣਾ ਜੀ ਆਪ, ਜਿਹਨੂੰ ਪਿੰਡਾਂ ਨਾਲ ਜਿਹੜੇ ਸੰਬੰਧਿਤ ਹੋ ਗਏ। ਉਹ ਜਦੋਂ ਪਹਿਲੀ ਧਾਰ ਕੱਢਦੇ ਸਾਂ, ਤੇ ਇਹ ਮੈਂ ਗੱਲ ਤਾਂ ਕਹਿ ਰਿਹਾ ਵੀ ਜਿੰਨੇ ਮਰਜ਼ੀ ਵੱਡੇ ਵੱਡੇ ਸ਼ਹਿਰਾਂ 'ਚ ਰਹਿ ਲਓ, ਪਰ ਪਿੰਡਾਂ ਦੀਆਂ ਉਦਾਹਰਨਾਂ ਤੋਂ ਬਿਨਾਂ ਬਾਣੀ ਦੇ ਅਰਥ ਹੀ ਨਹੀਂ ਹੋਣੇ। ਬਾਬੇ ਨੇ ਫਿਰ ਦਿਹਾਤ ਨੂੰ ਤੋਰਨਾ ਵੀ ਦੇਖ ਕੇ ਆਹ ਤਿਲ ਕਿਹੜਾ ਹੁੰਦਾ ਹੈ, ਦੱਬ ਕੀ ਹੁੰਦੀ ਹੈ, ਡਰਨਾ ਕੀ ਹੁੰਦਾ ਹੈ। ਇਹ ਮਹਾਰਾਜ ਨੇ ਸਾਰੇ ਸ਼ਬਦ ਵਰਤੇ। ਹੁਣ ਉਹ ਕੀ, ਜਦੋਂ ਪਹਿਲੀ ਮੱਝ ਧਾਰ ਚੋਣੀ ਗਾਂ ਤੇ ਮੱਝ ਦੀ, ਉਹਦੇ ਜ਼ੋਰ ਇੰਨਾ ਲੱਗਦਾ ਸੀ ਹੱਥਾਂ ਨਾਲ, ਉਹਦੇ ਅਸਥਾਨ ਦੇ ਵਿੱਚੋਂ ਦੁੱਧ ਜੰਮਿਆ ਹੋਇਆ ਨਿਕਲਦਾ ਸੀ। ਹਾਂਜੀ, ਤੇ 5 ਦਿਨ ਇਸ ਤਾਂ ਜਦੋਂ ਚੋਣਾ ਪਹਿਲਾਂ ਜੰਮਿਆ ਗਾੜਾ ਬਣ ਜਾਣਾ, ਫਿਰ ਗਾੜੇ ਤੋਂ ਬਾਅਦ ਪਤਲਾ ਬਣ ਜਾਣਾ। ਸਾਡੇ ਮਨ ਚ ਆਉਣਾ ਪਤਾ ਨਹੀਂ ਇਹ ਰੱਬ ਦੀ ਗੁਰੂ ਸਾਹਿਬ ਦਾ ਜਦੋਂ ਪਾਠ ਕੀਤਾ, ਮਹਾਰਾਜ ਕਹਿੰਦੇ ਆ ਇਹ ਜੰਮਿਆ ਤਾਂ ਸੀ ਜਿਹੜਾ ਜੀਵ ਉਸ ਮਾਂ ਦੇ ਉਦਰ ਵਿੱਚ ਜਿਹੜਾ ਚੇਤਨਾ ਹੋ ਰਹੀ ਸੀ ਵਿਕਸਤ, ਜਿਹੜਾ ਸਰੀਰ ਵਿਕਸਤ ਹੋ ਰਿਹਾ ਸੀ, ਉਹਨੇ ਦਾਤਾ ਹੋਣ ਕਰਕੇ ਇਹਦੀ ਫੀਡ ਨੂੰ ਪਹਿਲਾਂ ਜਮਾ ਕਰ ਦਿੱਤਾ, ਜਮਾ ਦਿੱਤਾ ਹੈ, ਪਹਿਲਾਂ ਮੱਖਣ ਬਣਾ ਦਿੱਤਾ ਹੈ। ਤੇ ਇਸ ਕਰਕੇ ਵੀ ਤੇਰੇ ਜਨਮ ਤੋਂ ਬਾਅਦ ਕਿਸੇ ਦੀ ਮੁਥਾਜੀ ਨਾ ਕਰਨੀ ਪੈ ਜਾਏ। ਪਹਿਲਾਂ ਮੱਖਣ ਸੀ, ਤੇ ਜਦੋਂ ਜਨਮ ਹੋਇਆ ਜਿਉਂ ਜਿਉਂ ਵਿਚਰ ਲੱਗਾ, ਉਹਨੇ ਮੱਖਣ ਨੂੰ ਪਿਘਲਾ ਕੇ ਦੁੱਧ ਬਣਾ ਦਿੱਤਾ। ਇਹਦਾ ਮਤਲਬ ਇਹ ਕਰਾਂਗੇ ਕਿ ਜਨਮ ਤੋਂ ਪਹਿਲਾਂ ਦਾਤੇ ਨੇ ਉਸ ਫੀਡ ਨੂੰ ਮੱਖਣ ਦੀ ਤਰ੍ਹਾਂ ਜਮਾ ਦਿੱਤਾ, ਤੇ ਜਦੋਂ ਜਨਮ ਹੋਇਆ ਉਹਨੇ ਦਾਤੇ ਨੇ ਕਿਹਾ ਹੁਣ ਚੁੰਗਣ ਜੋਗਾ ਹੋ ਗਿਆ, ਹੁਣ ਉਸ ਦੁੱਧ ਨੂੰ ਖੁਰਾਕ ਨੂੰ ਪਤਲਾ ਕਰ ਦਿੱਤਾ। ਸਭ ਤੋਂ ਪਹਿਲੀ ਗੱਲ ਉਹ ਦਾਤਾ ਹੈ, ਬਾਅਦ ਵਿੱਚ ਕਰਤਾ। ਇਹ ਕਾਰਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੀ ਜ਼ਫਰਨਾਮਾ ਲਿਖਿਆ, ਤੇ ਦਾਸਤਾਨ ਬਾਅਦ ਵਿੱਚ ਲਿਖੀ ਮਹਾਰਾਜ ਨੇ। ਪਹਿਲਾਂ ਸਤਿਗੁਰਾਂ ਨੇ ਜ਼ਫਰਨਾਮੇ ਵਿੱਚ ਕੁਝ ਸ਼ੇਰ ਲਿਖੇ ਜਿਸ ਵਿੱਚ ਰੱਬ ਦੀ ਵਡਿਆਈ ਕੀਤੀ, ਪਰਮਾਤਮਾ ਦੀ। ਤੇ ਇਹ ਵੀ ਮੈਂ ਆਪ ਨੂੰ ਅਰਜ਼ ਕਰਦੇ ਹਾਂ, ਸ਼ਾਇਦ ਉਦਣ ਬੋਲਦੇ ਹਾਂ, ਸਾਡਾ ਬਿਲਕੁਲ ਸਟ੍ਰੈਟਜੀ ਜਾਂ ਸਾਈਕੀ ਸਾਡੀ ਸਿੱਖਾਂ ਦੀ ਬਿਲਕੁਲ ਬਦਲ ਚੁੱਕੀ ਹੋਣ। ਅਸੀਂ ਬਹੁਤ ਜ਼ਿਆਦਾ, ਮੇਰਾ ਖਿਆਲ ਕੋਈ ਵੀ ਬੁਲਾਰਾ ਬੋਲਦਾ ਨਾ, ਤਕਰੀਬਨ 100 ਵਿੱਚੋਂ 90 ਬੰਦੇ ਕਲਪਨਾ ਹੀ ਛੱਡ ਕੇ ਜਾਂਦੇ ਆ, ਅਸੀਂ ਮਰ ਗਏ, ਅਸੀਂ ਡੁੱਬ ਗਏ, ਸਾਰੀ ਕੌਮ ਖਤਮ ਹੋ ਗਈ। ਇਸ ਤੇ ਨਾ ਜੀ ਲੋਕਾਂ ਨੂੰ ਇਮੋਸ਼ਨ ਕਰ ਰਹੇ ਆ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਜ਼ਫਰਨਾਮਾ ਉਹ ਦਸਤਾਵੇਜ਼, ਉਹ ਗੁਰਦੇਵ ਦੀ ਚਿੱਠੀ ਹੈ ਜਿਹੜੀ ਆਪਣੇ ਘਰ ਦੇ 5 ਜੀ ਸ਼ਹੀਦ ਹੋਣ ਤੋਂ ਬਾਅਦ, ਤੇ 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋਣ ਤੋਂ ਬਾਅਦ, ਆਨੰਦਪੁਰ ਸਾਹਿਬ ਹਲ ਵਗਣ ਤੋਂ ਬਾਅਦ ਆਨੰਦਪੁਰ ਸਾਹਿਬ ਗਲ ਪੁੱਠਿਆ। ਕਹਿੰਦੇ ਉਸ ਵਕਤ ਇੱਕ ਆਵਾਜ਼ ਕੰਨਾਂ 'ਚ ਪਈ, ਉਹ ਬੰਦਿਆ
ਤੂੰ ਅੱਜ ਹੀ ਤੇਰੇ ਹੱਥ ਹੀ ਥਾਲੀ ਆਈ। ਤੇਰੀ ਸੁਰਤ ਜੁੜੇਗੀ ਕਿਵੇਂ? ਜਿਸ ਬੰਦੇ ਦੀਆਂ ਮੈਂ ਇੰਨੇ ਸਾਲਾਂ ਦੀਆਂ ਗਾਲਾਂ ਸੁਣ ਰਿਹਾ, ਇੰਨੇ ਸਾਲਾਂ ਦੇ ਮੈਂ ਕਬੂਲ ਸੁਣ ਰਿਹਾ, ਮੈਂ ਤਾਂ ਵੀ ਉਹਨੂੰ ਰਿਜ਼ਕ ਦੇਣ ਲੱਗਿਆ, ਕਦੀ ਵੀ ਉਹਦਾ ਨਾਲ ਮੈਂ ਬੇਇਨਸਾਫੀ ਨਹੀਂ ਕੀਤੀ, ਮੈਂ ਰਿਜ਼ਕ ਤਾਂ ਵੀ ਦੇਣਾ। ਤੇਰੀ ਸੁਰਤ ਕਿੱਥੇ ਜੁੜਨੀ ਹੈ? ਤੂੰ ਤਾਂ ਅੱਜ ਹੀ ਉਹਦੇ ਨਾਲ ਵੈਰ ਕਮਾ ਲਿਆ ਹੈ। ਮੈਂ ਇੱਕ ਬੇਨਤੀ ਕਰਾਂਗਾ, ਕਰੀਮ ਦਾ ਅਰਥ ਇਹ ਨਹੀਂ ਹੁੰਦਾ ਜਿਹੜਾ ਮੋਹ 'ਚ ਵੱਜਾ ਹੈ। ਕਰੀਮ ਦਾ ਅਰਥ ਹੈ ਜਿਹੜਾ ਦਿਆਲੂ ਹੈ, ਸੂਰਜ ਦੀ ਤਰ੍ਹਾਂ, ਜਿਹੜਾ ਕਿਰਪਾਲੂ ਹੈ, ਮੇਘ ਦੀ ਤਰ੍ਹਾਂ। ਕਦੀ ਸੂਰਜ ਨਹੀਂ ਵੇਖਦਾ ਜਾਤ ਕਿਹੜੀ, ਚੰਗਾ ਕਿ ਮੰਦਾ, ਤਪੀ ਕਿ ਜਪੀ, ਉਹ ਆਪਣੀ ਰੋਸ਼ਨੀ ਦੇਗਾ ਹੀ ਦੇਗਾ। ਕਰੀਮ ਦਾ ਅਰਥ ਹੈ, ਇਹਨੂੰ ਇਉਂ ਸਮਝ ਲਓ ਕਿ ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਭਾਰ ਗਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਦਬ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੀ ਕਰਮ ਵਿਚਾਰੈ। ਕਰੀਮ ਤਾਂ ਹੈ ਦੀਨ ਦਇਆਲ ਦਇਆ ਨਿਧ, ਇੱਥੇ ਵਿਸ਼ਰਾਮ ਹੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ। ਅਸੀਂ ਗੁਨਾਹ ਕਰਨੇ, ਤੈਨੂੰ ਇੱਕ ਇੱਕ ਗਲਤੀ ਦਾ ਪਤਾ ਹੈ, ਪਰ ਦੇਤ ਨਾ ਹਾਰੈ। ਤੂੰ ਇੰਨਾ ਕਿਰਪਾਲੂ ਹੈ, ਕਰੀਮ ਹੈ ਨਾ, ਤੂੰ ਔਗਣ ਵੇਖ ਕੇ ਵੀ ਰੋਟੀ ਦੇਈ ਜਾਣਾ ਹੈ। ਇਸੇ ਨੂੰ ਬਾਬਾ ਜੀ ਨੇ ਕਿਹਾ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕੱਲਾ ਤੂੰ ਨਹੀਂ, ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਫਿਰ ਅਰਜ਼ ਕਰਾਂਗਾ, ਤੁਮ ਦਾਤੇ, ਇਹ ਹੈ ਵੱਡੇ ਕੀਆਂ ਵਡਿਆਈਆਂ, ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਪਿਰੰਦਾ ਨਾ ਗਿਰਾ ਜ਼ਰ, ਇਹ ਮਾਂਝ ਕੀ ਵਾਰ ਦਾ ਸ਼ਲੋਕ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਪੰਛੀ ਆਲਣੇ 'ਚ ਨਾ ਸੋਨਾ ਰੱਖਦਾ, ਨਾ ਪੈਸੇ ਰੱਖਦਾ, ਨਾ ਦਾਣੇ ਰੱਖਦਾ। ਕਹਿੰਦੇ ਨੇ ਵੇਖੋ ਉਸ ਕਰੀਮ ਦੀ ਖੇਡ। ਪਿਰੰਦਾ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ ਏਕ ਤੁਈ ਏਕ ਤੁਈ। ਵੱਡੇ ਕੀਆਂ ਵਡਿਆਈਆਂ ਕਿਛ ਕਾਹੜਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਸਭ ਨੂੰ ਰਿਜ਼ਕ ਦੇ ਰਹੇ, ਪਹਿਲੋਂ ਦੇਤਾ ਰਿਜ਼ਕ ਸੰਭਾਹ, ਪਿੱਛੋਂ ਦੇਤਾ ਜੰਤ ਉਪਾਹ। ਇਸ ਤੋਂ ਅੱਗੇ ਮਹਾਰਾਜ ਫਿਰ ਬਖਸ਼ਿਸ਼ ਕਰਦੇ ਆ ਕਿ ਸਾਈ ਕਾਰ ਕਮਾਮਣੀ, ਧੁਰ ਛੋਡੀ ਤਿੰਨੈ ਪਾਏ। ਇੱਥੇ ਪਾਠ ਸਾਈ ਹੀ ਕਰਨਾ, ਸਾਈ ਨਹੀਂ ਕਰਨਾ, ਅਰਥ ਬਦਲ ਜਾਣਗੇ। ਤੁਮ ਦਇਆ ਕਰੋ ਮੇਰੇ ਸਾਈ, ਉੱਥੇ ਇੱਥੇ ਸਾਈ ਦਾ ਅਰਥ ਹੈ ਉਹ। ਸਾਈ ਕਾਰ ਦਾ ਅਰਥ ਹੈ ਕੰਮ, ਕਮਾਵਣੀ, ਉਹੀ ਕੰਮ ਆਪਾਂ ਕਰਨੇ ਨੇ। ਧੁਰ ਛੋਡੀ ਤਿੰਨੈ, ਉਹਦਾ ਤਿੰਨਾਂ ਦਾ ਅਰਥ ਹੈ ਵਾਹਿਗੁਰੂ। ਜਿਹੜੀ ਪਰਮਾਤਮਾ ਨੇ ਸਾਡੇ ਲਈ ਕਾਰ ਲਿਖ ਕੇ ਭੇਜ ਦਿੱਤੀ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹੀ ਕਰਨੀ ਹੈ। ਉਂਝ ਵੈਸੇ ਮਹਾਰਾਜ ਨੇ ਆਪਣੀ ਕਾਰ ਦਾ ਜ਼ਿਕਰ ਕੀਤਾ ਜੀ ਇੱਕ ਜਗ੍ਹਾ, ਜੇ ਆਸਾ ਕੀ ਵਾਰ ਵਿੱਚ ਵੀ ਆਉਂਦਾ, ਹਉ ਮੂਰਖ ਕਾਰੈ ਲਾਈਆ। ਪਰ ਇੱਥੇ ਇੱਕ ਬਚਨ ਹੁੰਦਾ ਜੀ ਕਿ ਸਾਈ ਕਾਰ ਕਮਾਵਣੀ, ਤੁਰ ਛੋਡੀ ਤਿੰਨੈ ਪਾਏ। ਉਹੀ ਕਾਰ ਕਮਾਣੀ ਹੈ ਜੋ ਸਾਨੂੰ ਲਿਖ ਕੇ ਦੇ ਦਿੱਤੀ। ਬਾਬਾ ਜੀ ਦਾ ਇੱਕ ਬਚਨ ਹੁੰਦਾ, ਮਹਾਰਾਜ ਕਹਿੰਦੇ ਆ ਕਿ ਜੇ ਮੈਂ ਕੀਰਤਨ ਕਰ ਰਿਹਾ, ਪਾਠ ਕਰ ਰਿਹਾ, ਜੇ ਮੈਂ ਰੱਬ ਜੀ ਦੀ ਗੱਲ ਸੁਣਾ ਰਿਹਾ, ਕਹਿੰਦੇ ਨੇ ਮੇਰੇ ਪੱਲੇ ਕੁਛ ਵੀ ਨਹੀਂ, ਮੈਨੂੰ ਉਹਨੇ ਕੰਮੇ ਲਾਇਆ, ਮੈਂ ਕੰਮ ਕਰਨਾ ਪਿਆ। ਇਹ ਪੌੜੀ ਹੈ ਜੀ। ਹਉ ਢਾਡੀ ਵੇਕਾਰ ਕਾਰੈ ਲਾਇਆ, ਸਾਈ ਕਾਰ ਕਮਾਵਣੀ। ਮੈਂ ਉਹੀ ਮਹਾਰਾਜ ਕਹਿੰਦੇ ਨੇ ਕਰਾਂਗਾ ਜੋ ਤੂੰ ਲਿਖ ਕੇ ਦਿੱਤਾ ਮੈਨੂੰ। ਹਉ ਢਾਡੀ ਵੇਕਾਰ ਕਾਰੈ ਲਾਇਆ, ਮੈਨੂੰ ਇਸ ਕੰਮ 'ਚ ਲਾ ਦਿੱਤਾ। ਰਾਤ ਦਿਉ ਕੈ ਵਾਰ, ਰਾਤ ਹੋਵੇ ਦਿਨ ਹੋਵੇ ਤੇ ਹਫਤੇ ਦਾ ਕੋਈ ਵੀ ਵਾਰ ਹੋਵੇ, ਤੇਰੀ ਕੋਈ ਛੁੱਟੀ ਨਹੀਂ। ਸੱਚ ਹੈ, ਤੇਰਾ ਕੋਈ ਆਰਾਮ ਨਹੀਂ। ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ, ਇਹ ਧੁਰ ਛੋਡੀ ਤਿੰਨੈ ਪਾਏ। ਮੈਨੂੰ ਧੁਰ ਤੋਂ ਹੁਕਮ ਆਇਆ ਹੈ ਕਿ ਨਾ ਦਿਨ ਵੇਖਣੀ, ਨਾ ਰਾਤ ਵੇਖਣੀ, ਨਾ ਮੌਸਮ ਦੇਖਣਾ, ਤੂੰ ਹਰ ਵੇਲੇ ਇਹ ਕਾਰ ਕਰਨੀ ਹੀ ਕਰਨੀ। ਅੱਗੇ ਮੈਂ ਬੇਨਤੀ ਕਰਾਂ, ਕਿਹੜੀ ਕਾਰ? ਦੇਖੋ ਮਹਾਰਾਜ, ਇਹ ਭਾਈ ਮਰਦਾਨਾ ਸਾਹਿਬ ਜੀ ਨਾ, ਇੱਕ ਵਾਰੀ ਬਾਬਾ ਜੀ ਨੂੰ ਕਿਹਾ, ਮੀਂਹ ਬੜਾ ਪਿਆ। ਤੁਸੀਂ ਯਾਦ ਰੱਖਿਓ, ਜੈਨ ਧਰਮ ਜਿਹੜਾ ਚੁਮਾਸਾ ਹੈ ਨਾ, ਉਹਨਾਂ ਦੇ ਸਾਧੂ ਇੱਕ ਥਾਂ ਤੇ ਬੈਠ ਕੇ ਘਟਦੇ ਆ। ਬੜਾ ਮੀਂਹ ਪਿਆ ਜੀ, ਚਾਰ ਚਵੇਰੇ ਪਾਣੀ ਪਾਣੀ।
ਤੇ ਬਾਬਾ ਜੀ ਨੇ ਰੁੱਤਾਂ ਦੀਆਂ ਗੱਲਾਂ ਵੀ ਕੀਤੀਆਂ। ਅੱਜ ਜਦੋਂ ਸੌਣ ਵਸਦਾ ਹੈ, ਇਹਦੇ ਦੁੱਖ ਤੇ ਸੁੱਖ ਸਾਰੀ ਦੱਸੇ। ਨਾਨਕ ਸਾਵਣ ਜੇ ਵਸੈ ਚੌਂ ਉਮਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਦਨਾ ਪੰਥੀ ਚਾਕਰ ਖੋਏ। ਚਲੋ ਇਹ ਤੁਮਾਰੇ ਦੱਸਿਆ ਸੌਣ ਵਸਦਾ, ਖੁਸ਼ ਨੇ, ਕਈ ਰੋਈ ਜਾਂਦੇ। ਹੁਣ ਉੱਥੇ ਕਹਿੰਦਾ ਬਾਬਾ ਜੀ ਇੱਕ ਕੰਮ ਕਰੋ, ਇਹ ਜਨਮ ਸਾਖੀ 'ਚ ਬਚਨ ਨੇ ਕਿ ਮਹਾਰਾਜ ਹੱਸ ਕੇ ਕਹਿੰਦੇ 10 ਮਰਦਾਨਿਆਂ, ਕਹਿੰਦੇ ਇੰਨਾ ਮੀਂਹ ਪੈਂਦਾ ਆਪਾਂ ਕੋਈ ਦਿਨ ਟਿਕ ਨਾ ਜਾਈਏ। ਹੁਣ ਆ ਸੱਪ ਕੀੜੇ ਮਕੌੜੇ ਕਿੰਨੇ, ਆਪਾਂ ਤਾਂ ਤੁਰਦੀ ਜਾਣਾ। ਮਹਾਰਾਜ ਹੱਸ ਪਏ, ਕਹਿੰਦੇ ਨਹੀਂ ਮਰਦਾਨਿਆਂ, ਚਲੋ ਤੂੰ ਵੀ ਠੀਕ ਕਹਿ ਰਿਹਾ ਵੀ ਮੀਂਹ ਬੜਾ ਪੈ ਰਿਹਾ, ਪਰ ਆਪਾਂ ਕੰਮ ਆਪਣਾ ਕਮਰਾ ਕਰਨਾ। ਕਹਿੰਦਾ ਬਾਬਾ ਜੀ ਇਹਨਾਂ ਦਿਨਾਂ ਤੇ ਸਾਰੇ ਲੋਕ ਹੀ ਛੱਡ ਕੇ ਬਹਿ ਜਾਂਦੇ ਆ। ਇੰਨੀ ਦੇਰ ਨੂੰ ਇੱਕ ਹਰਕਾਰਾ ਲੰਘਿਆ, ਇਹ ਜਿਹਨੂੰ ਆਪਾਂ ਪੋਸਟਮੈਨ ਅੱਜ ਕੱਲ੍ਹ ਕਹਿੰਦੇ ਡਾਕੀਆ, ਉਦੋਂ ਹਰਕਾਰਾ ਕਹਿੰਦੇ ਸਨ, ਜਿਹੜਾ ਸਨੇਹ ਲੈ ਕੇ ਜਾਂਦਾ ਹੈ। ਉਹ ਹਰਕਾਰਾ ਲੰਘਿਆ, ਉਹਦੇ ਕੋਲ ਸਨ ਕਾਗਜ਼, ਚਿੱਠੀਆਂ ਪੱਤਰ, ਸਨੇਹੇ ਕਹਿ ਲਓ, ਰੁੱਕੇ ਸਨ। ਰੁੱਕੇ ਪਹਿਲਾਂ ਰੁੱਕੇ ਵਰਤਦੇ ਸਨ। ਤੇ ਮਹਾਰਾਜ ਨੇ ਵੇਖ ਕੇ ਤੇ ਕੋਲ ਆ ਗਿਆ, ਤੇ ਸਤਿਗੁਰੂ ਭਾਈ ਮਰਦਾਨਾ ਵੀ ਕੋਲ ਬੈਠੇ ਆ। ਤੇ ਮਹਾਰਾਜ ਪੁੱਛਦੇ ਆ ਵੀ ਤੂੰ ਕੰਮ ਕੀ ਕਰਨਾ? ਕਹਿੰਦਾ ਮਹਾਰਾਜ ਮੈਂ ਹਰਕਾਰਾ ਵਾਂ ਸਰਕਾਰ ਵੱਲੋਂ, ਮੈਂ ਚਿੱਠੀਆਂ ਪੱਤਰ ਲੋਕਾਂ ਦੇ ਪਹੁੰਚਾਉਣਾ ਵਾਂ। ਮਹਾਰਾਜ ਹੱਸ ਕੇ ਕਹਿੰਦੇ ਇੰਨਾ ਮੀਂਹ ਪੈਂਦਾ, ਆਰਾਮ ਕਰ, ਇੰਨੀ ਬਾਰਿਸ਼ ਹੋ ਰਹੀ ਏ, ਤੂੰ ਆਰਾਮ ਕਿਉਂ ਨਹੀਂ ਕਰਦਾ? ਕਹਿੰਦਾ ਮਹਾਰਾਜ ਚੇਤੇ ਰੱਖਿਓ, ਸਭ ਲਈ ਆਰਾਮ ਹੁੰਦਾ, ਹਰਕਾਰਿਆਂ ਵਾਸਤੇ ਆਰਾਮ ਨਹੀਂ ਹੁੰਦਾ। ਜਿਨ੍ਹਾਂ ਨੇ ਮੈਸੇਜ ਕਨਵੇ ਕਰਨੇ ਨੇ, ਚਿੱਠੀਆਂ ਪਹੁੰਚਾਣੀਆਂ ਨੇ, ਉਹ ਹਰਕਾਰੇ ਆਰਾਮ ਨਹੀਂ ਕਰਦੇ, ਉਹਨਾਂ ਹਰ ਹਾਲਤ ਵਿੱਚ ਪਹੁੰਚਾਣੀ ਹੀ ਹੈ। ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆਂ, ਇਹ ਦੁਨੀਆ ਦੇ ਬਾਦਸ਼ਾਹ ਦਾ ਹਰਕਾਰਾ ਹੈ। ਇਹ ਹਰ ਹਾਲਤ ਵਿੱਚ ਲੋਕਾਂ ਦੇ ਸਨੇਹੇ ਜ਼ਰੂਰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਏਗਾ। ਸੱਚ ਇਹ ਮੈਂ ਰੱਬ ਦਾ ਹਰਕਾਰਾ ਬਣ ਕੇ ਆਇਆ, ਜਿੰਨੀ ਦੇਰ ਤੱਕ ਮੇਰੇ ਸਾਹ ਨੇ ਮੈਂ ਰੱਬ ਦਾ ਸ਼ਬਦ ਘਰ ਘਰ ਵਿੱਚ ਹੀ ਪਹੁੰਚਾਉਣਾ ਹੈ। ਆਰਾਮ ਨਹੀਂ, ਇਹ ਮੇਰੀ ਕਾਰ ਹੈ। ਮਹਾਰਾਜ ਕਹਿੰਦੇ ਸਾਈ ਕਾਰ ਕਮਾਵਣੀ, ਉਹ ਕਿਹੜੀ ਕਾਰ? ਖੌਂ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਬਤ ਸਲਾਹ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰੱਜ ਤਿੰਨੀ ਸੁਖ ਪਾਇਆ। ਮਹਾਰਾਜ ਕਹਿੰਦੇ ਢਾਡੀ ਕਰੈ ਪਸਾਓ, ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ ਪਾਈ। ਕਿ ਵੇਖੋ ਸ਼ਬਦ ਕਹਿ ਸਾਈ ਕਾਰ ਕਮਾਵਣੀ, ਤੁਰ ਛੋਡੀ ਤਿੰਨੇ ਪਾਏ। ਨਾਨਕ ਏਕੀ ਬਾਹਰੀ, ਏਕੀ ਦਾ ਅਰਥ ਇੱਕ ਅਕਾਲ ਪੁਰਖ, ਬਾਹਰੀ ਦਾ ਅਰਥ ਉਸ ਤੋਂ ਬਿਨਾ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਜਾਏ ਦਾ ਅਰਥ ਥਾਂ, ਸਿਰਫ ਇੱਕ ਪਰਮਾਤਮਾ ਹੈ, ਉਸ ਤੋਂ ਬਿਨਾ ਸਾਡੀ ਕੋਈ ਥਾਂ ਨਹੀਂ, ਕੇਵਲ ਟੇਕ ਉਹ ਹੀ ਹੈ। ਇੱਕ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾ ਹੀ ਜਾਏ। ਕੋਈ ਦੂਜੀ ਥਾਂ ਹੈ ਜਿੱਥੇ ਆਪ ਜਾ ਕੇ ਦਸੀਏ ਵੀ ਦੁੱਖ ਨਹੀਂ, ਸਿਰਫ ਤੇਰੀ ਟੇਕ ਹੈ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾ ਹੀ ਜਾਏ। ਬਸ ਆ ਜੇ ਨਿਚੋੜ ਖੀਰਲੀ ਤੁਕ 'ਚ ਕਹਿ ਦਿੱਤਾ, ਸੋ ਕਰੇ ਜੇ ਨਹੀਂ ਪਾਠ ਕਰਨਾ। ਗੁਰਮੁਖੋ ਇੱਥੇ ਜੱਜੇ ਨੂੰ ਲਾਂ ਨਹੀਂ ਲੱਗੀ, ਜੱਜੇ ਨੂੰ ਸਿਹਾਰੀ ਲੱਗੀ ਏ। ਜੇ ਦੋਨਾਂ 'ਚ ਫਰਕ ਹੈ ਨਾ। ਕੇ ਮੂੰਹ ਕੇ ਨਹੀਂ ਕਹਿੰਦੇ ਆਪਾਂ, ਮੂੰਹ ਕੇ ਬੋਲਣ ਬੋਲੀਏ। ਇੱਥੇ ਤਕਰੀਬਨ ਸਾਰੀ ਪਾਠ ਕਰ, ਸੋ ਕਰੇ ਜੇ ਤਿਸੇ ਰਜਾਏ, ਬਿਲਕੁਲ ਗਲਤ ਹੈ। ਲਾਂ ਨਹੀਂ ਬੋਲਣੀ, ਸਿਹਾਰੀ ਬੋਲਣੀ ਹੈ। ਸੋ ਕਰੇ, ਮਹਾਰਾਜ ਕਹਿੰਦੇ ਆ ਕਿ ਜੋ ਪ੍ਰਮਾਤਮਾ ਕਰਦਾ ਹੈ ਸੋ ਕਰੇ। ਜੇ ਤਿਸੈ ਰਜ਼ਾਏ, ਕਰੇ ਰਾਰੇ ਤੇ ਲਾਂਖ ਹੈ, ਤਿਸੈ ਦੁਲਾਵਾਂ ਨੇ, ਸੋ ਕਰੇ। ਮਹਾਰਾਜ ਕਹਿੰਦੇ ਨੇ ਇਹ ਉਹ ਕੁਝ ਕਰਦਾ ਹੈ। ਜੇ ਥੋੜਾ ਜਿਹਾ ਆਪਾਂ ਉਚਾਰਨ ਕਰਾਂਗੇ ਸਮਝ ਪੈ ਜਾਏਗੀ, ਕਿਉਂਕਿ ਮੈਂ ਰਾਤ ਵੀ ਕਿਹਾ ਵੀ ਬਿਲਕੁਲ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਮੰਨਣਾ, ਮੈਨੂੰ ਬਿਲਕੁਲ ਸ਼ੁੱਧ ਪਾਠ ਨਹੀਂ ਆਉਂਦਾ, ਹੋ ਵੀ ਨਹੀਂ ਸਕਣਾ ਜੀ। ਕਿਹੜਾ ਜੰਮਿਆ ਜਿਹੜਾ ਦਾਅਵੇ ਨਾ ਮੈਂ ਸ਼ੁੱਧ ਕਰ ਗਿਆ। ਪਰ ਜਿੰਨੀ ਸਮਝ ਪਏ ਕਾਫਲਾ ਬਣਾ ਲੈਣਾ ਚਾਹੀਦਾ ਹੈ। ਸੋ ਕਰੇ ਜੇ ਤਿਸੈ ਰਜ਼ਾਏ, ਉਹ ਕੁਝ ਹੀ ਹੋਵੇਗਾ, ਉਹ ਕੁਝ ਹੀ ਕਰੇਗਾ, ਜੋ ਕੁਝ ਵਾਪਰੇਗਾ ਜਿਵੇਂ ਉਸ ਦੀ ਰਜ਼ਾ ਹੈ। ਰਜ਼ਾ ਹੁਕਮ ਕਹਿ ਲਓ, ਉਹਦਾ ਭਾਣਾ ਕਹਿ ਲਓ, ਜੋ ਕੁਝ ਉਹ ਕਰੇਗਾ। ਜਿਵੇਂ ਸਤਿਗੁਰੂ ਨੇ ਕਿਹਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ, ਤਿਵੇਂ ਤਿਉਂ ਹੋਵਣਾ।
जै जै रखै आप तै जाए खड़ोबना। कीता करना सर्ब रजाई, किच कीचै जे कर सकीऐ, अपना कीता किशु ना होवै, ज्यों हर भावै त्यों रखीऐ। महाराज जिमें तेनू भाउंदा है सो करे, जे तिसै रजाए। रजा भी चलना ही ये जिंदगी का मनोरथ बन जाए। सतगुरु कृपा करे। अगे है जी ये पूरा 24 पौड़ियां लिख के ना महाराज ने अगे लिखा शुद्ध। चलो ये गल भी आप कर लीए नाल। कई सज्जन चलो बोलते आ, कोई इतराज नहीं जी, एवें इस बहस मुबैसे च नहीं पैना। पर ये पूरे गुरु ग्रंथ साहिब 16 वारी आया जी। 15 वारी शुद्ध आया, एक वारी गुरु ग्रंथ साहिब शुद्ध कीचे आया है। टोटल 16 वारी आया शुद्ध। ये 15 वारी शुद्ध ते एक वारी आया शुद्ध कीचे। शुद्ध ते ये 16 का 16 वार जिहड़ा है ये वारां नाल ही आया। किसी अष्टपदी पिछे नहीं आया, छंत पिछे नहीं आया, किसी होर बाणी पिछे नहीं आया। ये 16 का 16 वार जिहड़ा है ये वार दे अखीर ते हुंदा। जिवें सोठ की वार विच भी है। चलो मैं ज़्यादा डिटेल च नहीं जाना, बस ये गल चेते रखियो ये 15 वारां नाल शुद्ध आया है। गौड़ी के एक वार है जिहदे नाल शुद्ध कीचे आया है। हुण बाणी ब्योरे मुताबक सब तो पहला जिहड़ा बाणी ब्योरा है ना जी, वैसे तो गुरु घरां विच ही लिख के लाना चाहिए भी जिहड़ा मत्था तुसीं टेकदे पए हो है की। बाणी ब्योरे का अर्थ है आद तो लैके संपूर्णता तक समझ पवे जी गुरु ग्रंथ साहिब च की है। सब तो पहला बाणी ब्योरा 100 साल हो चुका है जी, डॉक्टर चरण सिंह होना ने लिखिया सी। भाई साहब भाई वीर सिंह जी के पिता जी ने, क्योंकि परिवार सारा विद्वानां दा सी। इन्हां दे दादा जी बाबा कान सिंह नाभा नहीं, बड़े विद्वान सन। इन्हां दे नाना जी इन्ने कमाल दे विद्वान सन सी, ज्ञानी खजारा सिंह। सब तो पहला गुरु ग्रंथ साहिब का कोश उन्हां लिखिया। अजकल मिलता है पर वो चोरी हो गया। उस तो बाद असी देखने साडे एक विद्वान होए जी निर्मले, बहुत कमाल दे, पंडित तारा सिंह जी नरोत्तम। उन्होंने गुरु गिरहार्थ कोश लिखिया सी। पटियाला यूनीवर्सिटी ने बहुत चंगा किया, 2 भागां छापिया है। हुण बाणी ब्योरा जिहड़ा सब तो पहला डॉक्टर चरण सिंह जी ने लिखिया सी, इहदा मतलब सी, सुनो बाणी ब्योरा ये वे, एक तो जिवें शुरू हो गया, एक तुका ईड़ी तो शुरू करते हैं। इहदा अर्थ अगे लिखणगे भाई इत्थे लिखिया तो नहीं सिर्फ इक्को लिखिया एक तुका, इहदा मतलब एक तुक वाला शब्द, 2 तुके, इस तरह अर्थ करते हैं। बाणी ब्योरे का अर्थ है जो कुछ बाणी च लिखिया है ना उसकी व्याख्या कर दी। हुण जिवें शुद्ध है आप पढ़ लिया शुद्ध, ये महाराज जी लिख रहे हैं कि जदों वारां नाल श्लोक लिखे जा रहे हैं ना, सिर्फ वारां नाल आया ते प्रिंसीपल तेजा सिंह लिखते आ कि असल च गुरु साहब कोल बाणी दियां पोथियां ने, गुरु अर्जुन देव जी कोल। ते महाराज श्लोकां नूं जदों मिलांदे आ पौड़ियां नाल, पिछे लिख जांदे आ शुद्ध। इहदा मतलब ये पोथी नाल मिलाया होया है, इहदे च कोई कमी नहीं। शुद्ध कीचै इहदा मतलब है शुद्ध कीता होया है। कई सज्जने कहंदे लिख दिता जी शुद्ध कर लिया जी, नहीं, महाराज पूरा करके गया सब कुछ जी। इत्थे शुद्ध का अर्थ है इस वार च कोई घाट नहीं, ये मुकम्मल है। सतगुरु कृपा करे। आशा की वार दे विच आपां 24 पौड़ियां ते 60 श्लोक दास बेनती करदा हुंदा है। पर यह शब्द तो नहीं क्यों जो असीं कहने ना आशा की वार, कई बार बोलते आशा पूर्ण करने वाली आशा की वार। मैं कहना हुन्ना 45 श्लोक गुरु नानक साहिब दे ते 15 श्लोक मेरे बाबा गुरु नानक साहिब जी दे। एक वाहिगुरू ये 45 श्लोक गुरु नानक साहिब दे, 15 श्लोक गुरु अंगद देव जी दे, 60 हो गए। 24 पौड़ियां गुरु नानक साहिब दियां, 60 ते 24 84। सच्ची गल जिन्हों आशा की वार की समझ पैगी 84 के गेट तो बच जाऊगा। ये 84 बख्शा महाराज ने साडे कोल टिकाइयां ने जी। सतगुरु का कोटान कोट शुकर। मैं आप जिन्हों उस दिन भी कहा सी जी ये रिकॉर्डिंग जां उत्थे एडिटिंग करदे आ उन्हां तो गलती होई जां रब नूं पाउंदा सी विचों निकल गए श्लोक। हुण भी संगत विच आउंदियां कह रहे सन भी जिहड़ी आशा की वार है इस दी किताब मैं भाई परमजीत सिंह नूं कहांगा भी यतन करो जो बोलिया गया ये दोबारा नहीं बोलिया जाना। जिहड़ी वधी सो वजग पहली कथा सी उहदे नाल ये कोई नहीं मिलनी।
ਜਿਹੜੀ ਵੱਡੇ ਕੀਆਂ ਵਡਿਆਈਆਂ ਪਹਿਲਾਂ ਕੀਤੀ ਹੁਣ ਨਹੀਂ ਮਿਲਣੀ। ਇਸ ਕਰਕੇ ਇਹਨੂੰ ਜ਼ਰੂਰ ਲਿਖਤ ਵਿੱਚ ਵੀ ਲਿਆਉਣ ਦਾ ਯਤਨ ਕਰਾਂਗੇ। ਤੇ ਪ੍ਰਬੰਧਕ ਵੀਰੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਜੀ ਬੈਠੇ ਆ, ਸਕੱਤਰ ਜੀ, ਜਿੰਨੇ ਵੀ ਤੁਸੀਂ ਮੈਂਬਰ ਸਾਹਿਬਾਨ, ਪਹਿਲੀ ਕਮੇਟੀ ਖੋਣ ਵਾਲੇ ਵੀ, ਪ੍ਰਮਾਤਮਾ ਤਰਸ ਕਰੇ ਇਸ ਸਥਾਨ ਨੂੰ ਬਹੁਤ ਚੜ੍ਹਦੀ ਕਲਾ ਬਖਸ਼ੇ। ਇੱਥੇ ਭੈ ਭਾਵਨੀ ਨਾਲ ਇਹ ਸੱਚਮੁੱਚ ਗੁਰੂ ਕੀ ਚਟਸਾਲ ਬਣੇ, ਇੱਥੇ ਬਾਣੀ ਦੀ ਵਿਚਾਰ ਚੱਲੇ। ਸਮੂਹ ਸੰਗਤ ਦਾ ਕੋਟਾਨ ਕੋਟ ਸ਼ੁਕਰ ਜੀ। ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।